खालसा वाहिगुरु जी की फतेह। सतनाम श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत आजूनी सैभं गुर प्रसाद। जप आद सच जुगाद सच है भी सच नानक होसी भी सच। गुरमुख साचे का भव पावै गुरमुख बाणी आकड़ कढ़ावै। गुरमुख निर्मल हर गुण गावै गुरमुख पवित्र परम पद पावै। गुरमुख रोम रोम हर ध्यावै नानक गुरमुख साचु समावै। गुरमुख रोम रोम हर ध्यावै नानक गुरमुख साचु समावै। सतनाम श्री वाहिगुरु साहिब जीओ। एक ओंकार सतगुर प्रसाद। आसा महला चौथा शांत घर चौथा। हर अमृत पिंडे लोयना मन प्रेम रतना राम राजे। मन राम कसवटी लाया कंचन सो मिन्ना। गुरमुख रंग चलूलिया मेरा मन तनो पिन्ना। जन नानक मुस्क च बोलिया साव जन्म तन धन्ना। हर अमृत पिंडे लोयना। वाहिगुरु जी का खालसा वाहिगुरु जी की फतेह। परम सत्कारयोग गुरु दी साजी निवाजे गुरु प्यारे गुरु सवारे गुरु रूप साध संगत जीओ। गुरु साहिबा ने अपार बख्शिश करदियां होया सचखंड श्री हजूर साहिब विखे ब्रह्म ज्ञानी संत बाबा निधान सिंह जियां दे पवित्र अस्थान गुरुद्वारा लंगर साहिब विखे अमृत वेले तो हाज़रियां भरन दा सेवा सिमरन करन दा सुभाग बख्शिश कीता है। गुरु पातशाह साडियां हाज़रियां प्रवान करन साडियां यात्रावां सफला करन। ये अरदास बेनतियां गुरचरनां विच साडे सारियां दियां हर वेले होणियां चाहीदियां हन। गुरु पातशाह जी ने अपार बख्शिश करदियां अमृत वेले की हाज़री भरन का सुभाग बख्शिश किया है। अज का जो शब्द आप जी ने सरवण किया है भाई साहब जियां तो धन धन श्री गुरु रामदास महाराज जियां का उचारण किया होया शब्द आसा राग दे विच छंतां दी चाल है। छंदां दे विच सुर ताल दे चौथे घर दे विच गाउण दी हदायत की है। गुरमुख जना ने विद्वाना ने उथान का जो बख्शिश करके इस शब्द ते देना किया है। धन गुरु
ਰਾਮਦਾਸ ਮਹਾਰਾਜ ਜੀ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਹਨ। ਗੁਰਸਿੱਖਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹੋ ਆਸਾ ਜੀ ਦੀ ਰਾਗ ਦਾ ਕੀਰਤਨ ਰਬਾਬੀਏ ਜਦੋਂ ਕਰਦੇ ਹਨ, ਕੀਰਤਨੀਏ ਜਦੋਂ ਕਰਦੇ ਹਨ, ਉਹ ਕਈ ਸ਼ਬਦ ਆਪਣੀ ਮਰਜ਼ੀ ਦੇ ਨਾਲ ਲਾ ਲੈਂਦੇ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹ ਕਿਰਪਾ ਕਰੋ, ਇੱਕ ਇਹੋ ਜਿਹੀ ਬਾਣੀ ਉਚਾਰਨ ਕਰੋ ਜਿਹੜੀ ਗੁਰਸਿੱਖ ਆਸਾ ਜੀ ਦੀ ਵਾਰ ਦੇ ਨਾਲ ਪੜ੍ਹ ਸਕਣ। ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਇਹ ਬਾਣੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਗ 448 49 ਤੇ ਸੁਸ਼ੋਭਿਤ ਕੀਤੀ ਹੈ। ਇਹ ਬਾਣੀ ਆਪ ਜੀ ਹਰ ਰੋਜ਼ ਅੰਮ੍ਰਿਤ ਵੇਲੇ ਗੁਰੂ ਘਰਾਂ ਦੇ ਵਿੱਚ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ, ਉਸ ਸਮੇਂ ਇੱਕ ਸ਼ਬਦ, ਜਿਸ ਤਰ੍ਹਾਂ 24 ਪੌੜੀਆਂ ਆਸਾ ਜੀ ਦੀਆਂ ਵਾਰ ਦੀਆਂ ਨੇ, 24 ਪੌੜੀਆਂ ਹੀ ਗੁਰੂ ਪਾਤਸ਼ਾਹ ਜੀਆਂ ਨੇ, ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਇਹ ਛੰਤਾਂ ਦੀ ਚਾਲ ਦੇ ਵਿੱਚ 6 ਸ਼ਬਦ, 24 ਛੱਕੇ ਨੇ, ਇੱਕ ਇੱਕ ਛੱਕਾ, ਇੱਕ ਇੱਕ ਪੌੜੀ ਜਿਹੜੀ ਹੈ ਉਹ ਹਰੇਕ ਸ਼ਬਦ ਦੇ ਨਾਲ ਗਾਈ ਜਾਂਦੀ ਹੈ। ਸੋ ਗੁਰੂ ਪਾਤਸ਼ਾਹ ਜੀਆਂ ਨੇ ਮੰਗਲਾਚਰਨ ਉਚਾਰਨ ਕੀਤਾ ਹੈ, ਇੱਕ ਓੰਕਾਰ ਸਤ ਗੁਰ ਪ੍ਰਸਾਦ, ਇੱਕ ਅਦੁੱਤੀ ਓੰਕਾਰ ਸਭ ਦਾ ਪ੍ਰਕਾਸ਼ਕ, ਸਤ ਨਾਸ ਤੂੰ ਰਹਿਤ, ਗੁਰ ਚੇਤਨ ਸਰੂਪ, ਪ੍ਰਸਾਦ ਆਨੰਦ ਸਰੂਪ। ਪ੍ਰਭੂ ਪਰਮਾਤਮਾ ਵਾਹਿਗੁਰੂ ਇੱਕ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਨ ਵਾਲਾ, ਪ੍ਰਤੀਪਾਲਨਾ ਕਰਨ ਵਾਲਾ ਹੈ। ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਰਾਹੀਂ। ਜਿਨ੍ਹਾਂ 'ਤੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਉਹਨਾਂ ਨੂੰ ਮਿਲਦਾ ਹੈ। ਆਸਾ ਮਹੱਲਾ ਚੌਥਾ, ਛੰਤ ਘਰ ਚੌਥਾ। ਆਸਾ ਰਾਗ ਹੈ, ਮਹੱਲਾ ਚੌਥਾ ਤੂੰ ਭਾਵ ਚੌਥੇ ਨਾਨਕ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਸੁਰ ਤਾਲ ਦੇ ਚੌਥੇ ਘਰ ਦੇ ਵਿੱਚ ਛੰਤਾਂ ਦੀ ਚਾਲ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮ ਰਤਨ ਰਾਮ ਰਾਜੇ। ਹਰ ਅੰਮ੍ਰਿਤ ਪਿੰਨੇ ਲੋਇਣਾ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮੇਰੀਆਂ ਅੱਖਾਂ, ਮੇਰੇ ਲੋਇਨ ਅੰਮ੍ਰਿਤ ਦੇ ਰਸ ਦੇ ਨਾਲ ਭਰ ਗਏ। ਕਦੋਂ ਭਰੇ? ਮਨ ਪ੍ਰੇਮ ਰਤਨਾ ਰਾਮ ਰਾਜ। ਜਦੋਂ ਗੁਰੂ ਪਾਤਸ਼ਾਹ ਜੀਆਂ ਨੇ ਪ੍ਰੇਮ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਆਪ ਜੀ ਬਾਣੀ ਵਿੱਚ ਪੜ੍ਹਦੇ ਹੋ, ਨਿਤਨੇਮ ਦੀ ਬਾਣੀ ਦੇ ਵਿੱਚ ਰੋਜ਼ ਸਰਵਣ ਕਰਦੇ ਹੋ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਪ੍ਰੇਮ ਦੇ ਨਾਲ ਮੇਰੇ ਲੋਇਨ ਰਸ ਦੇ ਨਾਲ ਭਰ ਗਏ। ਇੱਥੇ ਥੋੜ੍ਹਾ ਜਿਹਾ ਰੁਕ ਕੇ ਮੈਂ ਅੱਗੇ ਚੱਲਾਂਗਾ। ਗੁਰਸਿੱਖ ਦਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ, ਕਿਉਂਕਿ ਜੇ ਆਪਾਂ ਆਸਾ ਜੀ ਦੀ ਵਾਰ ਵਿੱਚ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਨ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਿਹਨਾਂ ਨੂੰ ਦੇਵਤੇ ਬਣਾ ਦਿੱਤਾ? ਆਓ ਗੁਰਸਿੱਖ ਦੀ ਜੀਵਨ ਦੀ ਪਰਿਭਾਸ਼ਾ ਪੁੱਛੀਏ। ਗੁਰੂ ਪਾਤਸ਼ਾਹ ਜੀ, ਉਹ ਗੁਰਸਿੱਖ ਦਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ? ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਸਾਂਝੇ ਕੀਤੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰ ਸਿੱਖੀ ਗੁਰ ਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਸਿੱਖੀ ਦੀ ਪਰਿਭਾਸ਼ਾ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨਾਂ ਵਿੱਚ ਕੀਤੀ ਹੈ। ਆਵਾਜ਼ ਦਿੰਦੇ ਨੇ ਗੁਰੂ ਦੀਆਂ ਸਿੱਖਾਂ,
ਆਹ ਗੁਰ ਚਰਨਾਂ ਵਿੱਚ ਬੈਠ ਮੈਂ ਤੈਨੂੰ ਦੱਸਦਾ ਹਾਂ ਕਿ ਗੁਰੂ ਦੇ ਸਿੱਖ ਦਾ ਜੀਵਨ ਕਿਵੇਂ ਦਾ ਹੁੰਦਾ ਹੈ, ਕਿਹੋ ਜਿਹਾ ਗੁਰਸਿੱਖ ਹੁੰਦਾ ਹੈ। ਕੀ ਗੁਰਸਿੱਖ ਦੀ ਪਰਿਭਾਸ਼ਾ ਹੈ? ਅੰਦਰ ਸਿਆਣਾ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਵਾਹਿਗੁਰੂ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰੂ ਦਾ ਸਿੱਖ ਅੰਦਰ ਦਾ ਸਿਆਣਾ। ਬਾਹਰੋਂ ਭੋਲਾ ਭਾਲਾ, ਜਿਵੇਂ ਭੋਲਾ ਭਾਲੇ ਦਾ ਆਪਾਂ ਜੇ ਸੌਖੀ ਜੀ ਪੇਂਡੂ ਬੋਲੀ ਦੇ ਵਿੱਚ ਪਰਿਭਾਸ਼ਾ ਕਰੀਏ, ਅਰਥ ਕਰੀਏ, ਜਿਵੇਂ ਆਪਾਂ ਕੋਈ ਕਿਸੇ ਨਾਲ ਸਾਂਝ ਬਣਾਉਣੀ ਹੋਵੇ ਤੇ ਆਪਾਂ ਪੁੱਛਦੇ ਹਾਂ ਵੀ ਫਲਾਣਾ ਸਿੰਘ ਕਿਹੋ ਜਿਹਾ ਬੰਦਾ ਹੈ। ਜੋ ਭਲਾ ਮਾਨਸ ਹੋਵੇ ਤੇ ਸਹਿਜ ਨਾਲ ਕਿਹਾ ਜਾਂਦਾ ਭਾਈ ਉਹਦਾ ਕੀ ਲੇਖਾ, ਉਹ ਤੇ ਐਡਾ ਭਲਾ ਹੈ, ਉਹਦੇ ਤੋਂ ਭਾਵੇਂ ਗੱਡਾ ਵੀ ਲੰਘ ਜਾਏ ਉਹ ਪਰਵਾਹ ਨਹੀਂ ਕਰਦਾ। ਇਹਨਾਂ ਅੰਦਰ ਠਹਿਰਾਓ, ਇਹਨਾਂ ਅੰਦਰ ਸਹਿਜਤਾ, ਸਹਿਨਸ਼ੀਲਤਾ। ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰੂ ਦਾ ਸਿੱਖ ਅੰਦਰ ਦਾ ਸਿਆਣਾ ਹੈ, ਬਾਹਰੋਂ ਭੋਲਾ ਭਾਲਾ ਕੁਝ ਨਹੀਂ ਜਾਣਦਾ। ਅਸੀਂ ਤਾਂ ਬਹੁਤਾਤ ਸਾਡੀ ਅਵਸਥਾ ਨਾ, ਅਸੀਂ ਬਾਹਰ ਦੇ ਬੜੇ ਸਿਆਣੇ ਆ, ਅਸੀਂ ਬੜੀਆਂ ਗੱਲਾਂ ਕਰਦੇ ਹਾਂ, ਬਾਹਰੋਂ ਬੜੀ ਸਿਆਣਪ ਦੱਸਦੇ ਹਾਂ, ਮੇਰੇ ਵਰਗਾ ਨਹੀਂ ਕੋਈ, ਜੋ ਮੈਨੂੰ ਆਉਂਦਾ ਮੇਰੇ ਵਰਗਾ ਸਿਆਣਾ ਨਹੀਂ, ਮੇਰੇ ਵਰਗਾ ਪ੍ਰਚਾਰਕ ਨਹੀਂ, ਮੇਰੇ ਵਰਗਾ ਕੀਰਤਨੀਆ ਨਹੀਂ, ਮੇਰੇ ਵਰਗਾ ਮੁਖੀ ਨਹੀਂ। ਅਸੀਂ ਬੜੀਆਂ ਸਿਆਣਪਾਂ ਦੱਸਦੇ ਹਾਂ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦਾ ਸਿੱਖ ਅੰਦਰ ਦਾ ਸਿਆਣਾ ਤੇ ਬਾਹਰੋਂ ਭੋਲਾ ਭਾਲਾ। ਇਹ ਪਹਿਲੀ ਅਵਸਥਾ ਹੈ, ਅੰਦਰ ਦਾ ਸਿਆਣਾ। ਅੰਦਰੋਂ ਸਿਆਣਾ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਗੁਰੂ ਦਾ ਸਿੱਖ ਅੰਦਰ ਦਾ ਸਿਆਣਾ ਹੈ। ਅਗਲੀ ਅਵਸਥਾ ਕੀ ਹੈ? ਸ਼ਬਦ ਸੁਰਤ ਸਾਵਧਾਨ ਹੋਏ, ਵਿਨ ਗੁਰ ਸ਼ਬਦ ਨਾ ਸੁਣਈ ਬੋਲਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸ਼ਬਦ ਸੁਰਤ ਸਾਵਧਾਨ ਹੋਏ। ਜਦੋਂ ਸ਼ਬਦ ਦੀ ਗੱਲ ਆ ਜਾਂਦੀ, ਜਦੋਂ ਗੁਰਬਾਣੀ ਦੀ ਗੱਲ ਆ ਜਾਂਦੀ, ਸਾਵਧਾਨ ਹੋ ਜਾਂਦਾ। ਉਹ ਗੁਰਬਾਣੀ ਤੋਂ ਬਿਨਾਂ ਹੋਰ ਕੁਝ ਸੁਣਦਾ ਨਹੀਂ। ਗੁਰੂ ਦੀ ਗੱਲ ਹੁੰਦੀ ਹੋਵੇ, ਗੁਰੂ ਦੀ ਬਾਣੀ ਪੜ੍ਹੀ ਜਾਂਦੀ ਹੋਵੇ, ਗੁਰੂ ਪਾਤਸ਼ਾਹ ਜੀਆਂ ਦੇ ਬਾਣੀ ਦਾ ਕੀਰਤਨ ਹੁੰਦਾ ਹੋਵੇ, ਕਥਾ ਹੁੰਦੀ ਹੋਵੇ, ਉਹ ਬੜਾ ਸ਼ਾਂਤ ਚਿੱਤ ਹੋ ਕੇ ਗੁਰਬਾਣੀ ਸਰਵਣ ਕਰਦਾ ਹੈ। ਸ਼ਬਦ ਸੁਰਤ ਸਾਵਧਾਨ ਹੋਏ। ਧਿਆਨ ਦੇਣਾ, ਜਦੋਂ ਤੱਕ ਸ਼ਬਦ ਵਿੱਚ ਸੁਰਤ ਨਹੀਂ ਜੁੜਦੀ ਗੁਰੂ ਦੇ ਸਿੱਖਾਂ ਗੱਲ ਨਹੀਂ ਹੋ ਬਣਨੀ। ਜਦੋਂ ਤੱਕ ਸ਼ਬਦ ਵਿੱਚ ਸੁਰਤ ਨਹੀਂ ਜੁੜਦੀ, ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦਾ ਸਿੱਖ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜ ਲੈਂਦਾ ਹੈ। ਬਿਨ ਗੁਰ ਸ਼ਬਦ ਨਾ ਸੁਣੇ ਬੋਲਾ। ਉਹ ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕੁਝ ਸੁਣਦਾ ਹੀ ਨਹੀਂ। ਜਿੱਥੇ ਗੁਰੂ ਦੀ ਗੱਲ ਹੋਵੇ ਤੇ ਆਪਾਂ ਕਿਤੇ ਧਿਆਨ ਮਾਰਿਓ, ਕਈ ਵਾਰ ਕੀਰਤਨ ਹੁੰਦਾ, ਕਥਾ ਹੁੰਦੀ, ਇੱਥੋਂ ਤਾਈਂ ਅਰਦਾਸ ਵੀ ਹੁੰਦੀ, ਸਾਡੀ ਹਿਲ ਜੁਲ ਚੱਲਦੀ ਰਹਿੰਦੀ ਆ। ਸਾਡੇ ਫੋਨ ਇਹ ਚੱਲਦੇ ਰਹਿੰਦੇ ਨੇ, ਅਸੀਂ ਗੱਲ ਵੀ ਕਰਦੇ ਰਹਿੰਦੇ ਹਾਂ। ਜਦੋਂ ਕਿ ਗੁਰਸਿੱਖ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਤੇ ਸਾਵਧਾਨ ਹੋ ਜਾਂਦਾ। ਉਹ ਗੁਰੂ ਦੇ ਸ਼ਬਦ ਤੋਂ ਬਿਨਾਂ ਕੁਝ ਸੁਣਦਾ ਹੀ ਨਹੀਂ, ਬੋਲਾ ਹੋ ਜਾਂਦਾ। ਜਦੋਂ ਵੀ ਕੋਈ ਗੱਲ ਕਰਨ ਲੱਗਦਾ ਉਹ ਉਂਗਲ ਰੱਖ ਲੈਂਦਾ ਮੂੰਹ ਤੇ, ਭਾਈ ਨਹੀਂ, ਮੈਂ ਪਹਿਲਾਂ ਗੁਰੂ ਸ਼ਬਦ ਗੁਰਬਾਣੀ ਸਰਵਣ ਕਰ ਰਿਹਾ, ਬਾਹਰ ਬੈਠਾਂਗੇ ਆਪਾਂ ਗੱਲਬਾਤ ਕਰਾਂਗੇ। ਫਿਰ ਦੁਹਰਾ ਦੇਵਾਂ, ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨਾ ਸੁਣੇ ਬੋਲਾ। ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕੁਝ ਸੁਣਦਾ ਹੀ ਨਹੀਂ। ਫਿਰ ਅੱਗੇ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਤੀਸਰੀ ਅਵਸਥਾ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਵਿਣ ਅੰਨਾ ਖੋਲਾ। ਪਹਿਲਾਂ ਉਹ ਸਤਿਗੁਰੂ ਦੇ ਦਰਸ਼ਨ ਕਰਦਾ ਹੈ। ਸਾਡੀ ਤੇ ਦੌੜ ਹੁੰਦੀ ਆ ਨਾ, ਜਿਵੇਂ ਹੁਣ ਮਾਤੜ ਵਰਗੇ ਆਉਂਦੇ ਨੇ, ਕਈ ਵਾਰ ਅਸੀਂ ਪਹਿਲਾਂ ਤਿਆਰੀ ਕੀਤੀ ਹੁੰਦੀ, ਫੋਨ ਕਰੀਦਾ ਵੀ ਸਾਡਾ ਵਾਕਬ ਕੌਣ ਹੈ, ਸਾਨੂੰ ਉੱਥੇ ਕਮਰਾ ਚਾਹੀਦਾ, ਸਾਨੂੰ ਰਹਿਸ਼ ਵਾਸਤੇ ਚਾਹੀਦਾ, ਸਾਨੂੰ ਕੋਈ ਪੁੱਛਣ ਵਾਲਾ ਹੋਵੇ। ਪਰ ਭਾਈ ਗੁਰਦਾਸ ਜੀ ਬਖਸ਼ਿਸ਼ ਕਰਕੇ ਦੱਸਣਾ ਕਰਦੇ ਨੇ ਗੁਰੂ ਦਾ ਸਿੱਖ ਦਾ ਮੁੱਖ ਪਹਿਲਾਂ ਗੁਰੂ ਹੁੰਦਾ ਹੈ, ਕਿਉਂਕਿ ਗੁਰਮੁਖ ਬਣਨਾ ਗੁਰੂ ਨੇ, ਗੁਰੂ ਦੇ ਸਿੱਖ ਨੇ। ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨਾਂ ਨਾ ਖੋਲਾ। ਸਤਿਗੁਰੂ ਦੇ ਦਰਸ਼ਨ ਕਰਦਾ ਹੈ, ਸਤਿਗੁਰੂ ਦੀ ਸੰਗਤ ਕਰਦਾ, ਸਾਧ ਸੰਗਤ ਕਰਦਾ ਹੈ। ਜੇ ਉਹਨੂੰ ਸਾਧ ਸੰਗਤ ਨਹੀਂ ਮਿਲਦੀ ਤੇ ਇਉਂ ਹੋ ਜਾਂਦਾ ਜਿਵੇਂ ਅੰਨਾ ਬੋਲਾ। ਸੌਖਾ ਸਮਝ ਆ ਜਾਵੇਗਾ, ਜਿਵੇਂ ਮੇਲੇ ਦੇ ਵਿੱਚ, ਬਾਜ਼ਾਰ ਦੇ ਵਿੱਚ ਕੋਈ ਬੱਚਾ ਗੁੰਮ ਹੋ ਜੇ, ਮਾਂ ਪਿਓ ਦੇ ਨਾਲੋਂ ਵਿਛੜ ਜਾਵੇ। ਬੱਚਾ ਬੇਸ਼ੱਕ ਕਿਸੇ ਭਲੇ ਪੁਰਸ਼ ਨੂੰ ਮਿਲ ਜਾਵੇ, ਉਹ ਖਿਡੌਣੇ ਲੈ ਕੇ ਦਿੰਦਾ, ਉਹ ਮਠਿਆਈਆਂ ਲੈ ਕੇ ਦਿੰਦਾ, ਉਹ ਟੌਫੀਆਂ, ਬੜਾ ਕੁਝ ਲੈ ਕੇ ਖਾਣ ਨੂੰ ਦਿੰਦਾ ਹੈ। ਪਰ ਬੱਚਾ ਰੋਂਦਾ ਵਾਰ-ਵਾਰ, ਕਹਿੰਦਾ ਮੈਂ ਆਪਣੀ ਮਾਂ ਨੂੰ, ਆਪਣੇ ਪਿਤਾ ਨੂੰ ਮਿਲਣਾ। ਬੇਸ਼ੱਕ ਉਹਦੇ ਕੋਲ ਖਿਡੌਣੇ ਨੇ, ਬਹੁਤ ਕੁਝ ਹੈ, ਉਹਨੂੰ ਖਿਡਾਉਣ ਵਾਸਤੇ, ਉਹਨੂੰ ਵਿਰਾਉਣ ਵਾਸਤੇ, ਉਹਨੂੰ ਚੁੱਪ ਕਰਾਉਣ ਵਾਸਤੇ,
ਜਿਹਦੇ ਕੋਲ ਬੱਚਾ ਹੁੰਦਾ ਬੜੀ ਕੋਸ਼ਿਸ਼ ਕਰਦਾ ਹੈ, ਪਰ ਉਹਦਾ ਇੱਕੋ ਹੀ ਨਿਸ਼ਾਨਾ, ਇੱਕੋ ਹੀ ਹੁੰਦਾ ਹੈ ਕਿ ਮੇਰੀ ਮਾਂ, ਮੇਰਾ ਪਿਓ ਮੈਨੂੰ ਚਾਹੀਦਾ, ਮੈਨੂੰ ਇਹ ਵਸਤਾਂ ਨਹੀਂ ਚਾਹੀਦੀਆਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਦਾ ਸਿੱਖ ਜਦੋਂ ਉਹਨੂੰ ਸਾਧ ਸੰਗਤ ਨਹੀਂ ਨਾ ਮਿਲਦੀ, ਬਸ ਉਸ ਵਿਛੜੇ ਹੋਏ ਬੱਚੇ ਦੀ ਵਾਂਗ ਹੋ ਜਾਂਦਾ। ਜਿਵੇਂ ਉਹ ਬੱਚਾ ਰੋਂਦਾ ਹੈ ਨਾ ਕਿ ਮੈਨੂੰ ਮਾਂ ਚਾਹੀਦੀ, ਮੇਰਾ ਪਿਓ ਚਾਹੀਦਾ, ਬਸ ਇਸੇ ਤਰ੍ਹਾਂ ਗੁਰੂ ਦਾ ਸਿੱਖ ਸਾਧ ਸੰਗਤ ਭਾਲਦਾ ਹੈ। ਸਾਧ ਸੰਗਤ ਤੋਂ ਬਿਨਾਂ ਅੰਨਾ ਖੋਲਾ, ਅੰਨਾ ਬੋਲਾ ਹੋ ਜਾਂਦਾ ਹੈ, ਕੁਝ ਸੁੱਝਦਾ ਹੀ ਨਹੀਂ, ਕੁਝ ਚੰਗਾ ਹੀ ਨਹੀਂ ਲੱਗਦਾ। ਇਹ ਤੀਸਰੀ ਅਵਸਥਾ ਗੁਰਸਿੱਖ ਦੀ। ਆਪਾਂ ਨਾਲ ਦੀ ਨਾਲ ਇਹ ਝਾਤ ਮਾਰੀ ਜਾਣੀ ਹੈ। ਜਿਹੜੇ ਗੁਰਸਿੱਖ ਨੇ ਉਹ ਗੁਰੂ ਦੀ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦੀ ਬਾਣੀ ਸਰਵਣ ਕਰਦੇ ਨੇ, ਸਿਮਰਨ ਕਰਦੇ ਨੇ। ਇਹ ਤੀਸਰੀ ਅਵਸਥਾ ਹੈ। ਹੁਣ ਚੌਥੀ ਅਵਸਥਾ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਦਾ ਸਿੱਖ ਗੁਰੂ ਘਰੋਂ ਲੈ ਕੇ ਕੀ ਜਾਂਦਾ, ਕੀ ਲੈਣ ਆਏ ਆਪਾਂ। ਧਿਆਨ ਰੱਖਣਾ, ਸਾਰਿਆਂ ਦੀ ਆਪਣਾ ਅਰਦਾਸਾਂ ਨੇ। ਆਪਾਂ ਸੱਚਖੰਡ ਵੀ, ਇੱਥੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਵੀ, ਗੁਰੂ ਸਾਹਿਬਾਂ ਦੇ ਚਰਨਾਂ 'ਚ ਵੀ ਅਰਦਾਸਾਂ ਕਰਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਦਾ ਸਿੱਖ ਗੁਰੂ ਕੋਲੋਂ ਲੈ ਕੇ ਕੀ ਜਾਂਦਾ ਹੈ। ਚੌਥੀ ਅਵਸਥਾ ਭਾਈ ਗੁਰਦਾਸ ਜੀ ਕਹਿੰਦੇ ਨੇ, ਵਾਹਿਗੁਰੂ ਗੁਰ ਸ਼ਬਦ ਲੈ ਪਰਮ ਪਿਆਲਾ ਚੁੱਪ ਚੁਬਲਾ। ਗੁਰੂ ਦਾ ਸਿੱਖ ਗੁਰ ਚਰਨਾਂ ਵਿੱਚ ਜੁੜ ਜਾਂਦਾ ਹੈ। ਕੀ ਲੈਂਦਾ? ਵਾਹਿਗੁਰੂ ਗੁਰ ਸ਼ਬਦ ਲੈ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਮਹਾਂਪੁਰਸ਼ ਇੱਕ ਮੈਂ ਸ਼ਬਦ ਦੀ ਸਾਂਝ ਕਰ ਲਵਾਂ, ਸੌਖਾ ਸਮਝ ਆ ਜਾਵੇਗਾ। ਪੰਚਮ ਪਾਤਸ਼ਾਹ ਜੀਆਂ ਦਾ ਸ਼ਲੋਕ ਆਪਾਂ ਪੜ੍ਹਦੇ ਹਾਂ, ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੇਂ ਤੋਲ, ਤਨ ਜੜਾਈ ਆਪਣ ਲਾਹਾਂ ਸੋ ਸੱਜਣ ਟੋਲ। ਗੁਰੂ ਪਾਤਸ਼ਾਹ ਕਹਿੰਦੇ ਨੇ, ਕਿਤੇ ਖੰਭ ਵਿਕਦੇ ਮਿਲ ਜਾਣ, ਕਿੰਨਾ ਸਾਵੀਂ ਤੋਲ, ਮੈਂ ਆਪਣੇ ਬਰਾਬਰ ਭਾਵ ਆਪਾਂ ਵੇਚ ਕੇ ਉਹ ਖੰਭ ਲੈ ਲਵਾਂ। ਧਿਆਨ ਦੇਣਾ, ਪੰਛੀ ਦੇ ਦੋ ਖੰਭ ਹੁੰਦੇ ਨੇ ਜਿਨ੍ਹਾਂ ਦੇ ਨਾਲ ਉਹ ਉਡਾਰੀ ਮਾਰਦਾ ਹੈ। ਇੱਕ ਖੰਭ ਪੰਛੀ ਦਾ ਟੁੱਟ ਜਾਏ ਨਾ, ਉਹ ਉਡਾਰੀ ਨਹੀਂ ਮਾਰ ਸਕਦਾ, ਉਹ ਉੱਡ ਨਹੀਂ ਸਕਦਾ। ਦੋ ਖੰਭ ਪੰਛੀ ਨੂੰ ਚਾਹੀਦੇ ਨੇ। ਇੱਥੇ ਵੀ ਗੁਰਸਿੱਖ ਨੂੰ ਦੋ ਖੰਭ ਚਾਹੀਦੇ ਨੇ। ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੀਂ ਤੋਲ। ਗੁਰੂ ਪਾਤਸ਼ਾਹ ਕਹਿੰਦੇ ਨੇ, ਖੰਭ ਮਿਲ ਜਾਣਗੇ, ਪਰ ਤੇਰੇ ਕੋਲੋਂ ਕੀਮਤ ਨਹੀਂ ਉਹ ਦਿੱਤੀ ਜਾਣੀ। ਬੜੇ ਬੇਸ਼ਕੀਮਤੀ ਨੇ ਖੰਭ। ਕਿਹੜੇ ਨੇ? ਸੇਵਾ ਤੇ ਸਿਮਰਨ, ਜੋ ਮਹਾਂਪੁਰਸ਼ਾਂ ਵੱਲੋਂ ਦਿੱਤਾ ਜਾਂਦਾ ਹੈ। ਇੱਕ ਗੁਰੂ ਨਾਨਕ ਦੇ ਘਰ ਦੇ ਵਿੱਚ ਆਪ ਜੀ ਵਿਚਰ ਕੇ ਵੇਖਿਓ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਦਰ ਤੋਂ ਇਹ ਦੋ ਖੰਭ ਮਿਲਦੇ ਨੇ, ਸੇਵਾ ਤੇ ਸਿਮਰਨ। ਸੇਵਾ ਵੀ ਮਿਲਦੀ ਹੈ, ਸਿਮਰਨ ਵੀ ਮਿਲਦਾ ਹੈ। ਆਪ ਜੀ ਵੇਖਦੇ ਹੋ, ਅੰਮ੍ਰਿਤ ਵੇਲੇ ਵੀ, ਸੰਧਿਆ ਵੇਲੇ ਵੀ ਮਹਾਂਪੁਰਸ਼ ਥੱਲੇ ਬੈਠ ਜਾਂਦੇ ਨੇ, ਸਿਮਰਨ ਵੀ ਹੁੰਦਾ ਹੈ, ਔਰ ਨਾਲ ਲੰਗਰ ਦੀ ਸੇਵਾ ਵੀ ਚੱਲ ਰਹੀ, ਪ੍ਰਸ਼ਾਦਿਆਂ ਦੀ ਸੇਵਾ, ਤਰ੍ਹਾਂ ਤਰ੍ਹਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ। ਪਾਤਸ਼ਾਹ ਕਹਿੰਦੇ ਨੇ, ਮਿਲ ਜਾਣਗੇ ਖੰਭ, ਪਰ ਇਹਦੀ ਕੀਮਤ ਦੇਣੀ ਪਏਗੀ। ਹੁਣ ਮੇਰੇ ਵਰਗਾ ਕਹਿੰਦਾ ਜੀ ਮੈਂ ਤੇ ਭੇਟਾ ਦੇ ਦੇਵਾਂਗਾ, ਮੈਂ ਪੈਸੇ ਦੇ ਦੇਵਾਂਗਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਕੰਚਨ ਸਿਉ ਨਹੀਂ ਲਈਐ ਮੋਲ, ਇਹ ਸੋਨੇ ਦੇ ਬਰਾਬਰ ਵੀ ਨਹੀਂ ਮਿਲ ਸਕਦੇ। ਤੂੰ ਚਾਹਵੇਂ ਕਿ ਮੈਂ ਪੈਸੇ ਦੇ ਕੇ ਤੇ ਨਾਮ ਦੀ ਦਾਤ ਜਾਂ ਦੋ ਜਿਹੜੇ ਸੇਵਾ ਤੇ ਸਿਮਰਨ ਰੂਪੀ ਖੰਭ ਲੈ ਲਵਾਂ, ਗੁਰੂ ਪਾਤਸ਼ਾਹ ਕਹਿੰਦੇ ਨਹੀਂ ਮਿਲ ਸਕਦੇ। ਜੇ ਤੂੰ ਸੋਨੇ ਦੇ ਬਰਾਬਰ ਵੀ ਕਵੇਂ ਨਾ ਕਿ ਮੈਂ ਸੋਨਾ ਦੇ ਕੇ, ਕਾਰ ਸੇਵਾ, ਕਾਰ ਹੱਥਾਂ ਨੂੰ ਕਿਹਾ ਗਿਆ, ਸੇਵਾ ਸੇਵਾ ਨੂੰ ਕਿਹਾ ਗਿਆ। ਜਿਹੜੀ ਹੱਥੀਂ ਸੇਵਾ ਕੀਤੀ, ਜਿਹੜਾ ਇਸ ਰਸਨਾ ਦੇ ਨਾਲ ਸਿਮਰਨ ਕੀਤਾ ਹੈ। ਆਪਾਂ ਰੋਜ਼ ਨਿਤ ਨਿਤ ਦੀ ਬਾਣੀ ਵਿੱਚ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨ ਜਾਈ ਨਿਤ ਨਿਤ ਰਾਖੁਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇਹ ਵਸਤ ਤਜੀ ਨਹੀਂ ਸੀ ਜਾ ਸਕਦੀ ਜੇ ਕੋ ਖਾਵੈ। ਹੁਣ ਧਿਆਨ ਦੇਣਾ, ਜਿਹੜਾ ਕੋਈ ਖਾਵੇਗਾ, ਆਪ ਜੀ ਚਾਹ ਛਕੇ ਆਏ ਹੋ, ਪ੍ਰਸ਼ਾਦਾ ਛਕੇਗੋ, ਤੁਸੀਂ ਛਕਿਆ ਜਾਂ ਮੈਂ ਛਕਿਆ, ਮੈਂ ਹੀ ਰੱਜਾਂਗਾ ਨਾ, ਆਪ ਹੀ ਰੱਜੋਗੇ ਨਾ। ਜਾਂ ਤੁਸੀਂ ਕਹੋ ਭਾਈ ਸਾਹਿਬ ਜੀ
ਚਾਹ ਪ੍ਰਸ਼ਾਦਾ ਤੁਸੀਂ ਛਕ ਲਓ, ਰੱਜ ਅਸੀਂ ਜਾਈਏ। ਪਰ ਗੁਰੂ ਪਾਤਸ਼ਾਹ ਜੀ ਨੇ ਸਾਰੀ ਬਾਣੀ ਅੰਕਿਤ ਕਰਕੇ 1429 ਅੰਗ ਤੇ ਹਦਾਇਤ ਕਰ ਦਿੱਤੀ ਕਿ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਈ, ਇਹ ਵਸਤ ਛੱਡੀ ਨਹੀਂ ਜਾ ਸਕਦੀ। ਨਿਤ ਨਿਤ ਰੱਖ ਉਰ ਧਾਰੋ, ਉਰ ਹਿਰਦੇ ਨੂੰ ਕਿਹਾ ਗਿਆ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਹਰ ਰੋਜ਼ ਆਪਾਂ ਨਿਤ ਨੇਮ ਕਹਿੰਦੇ ਆ ਨਾ, ਨਿਤ ਦਾ ਭਾਵ ਰੋਜ਼ ਹੈ, ਨੇਮ ਦਾ ਭਾਵ ਹੈ ਕਸਮ ਹੈ। ਪਾਤਸ਼ਾਹ ਕਹਿੰਦੇ ਨੇ ਨਿਤ ਨਿਤ ਰੱਖ ਉਰ ਧਾਰੋ, ਹਰ ਰੋਜ਼ ਹਰ ਵੇਲੇ ਉਰ ਹਿਰਦੇ ਨੂੰ ਕਿਹਾ ਗਿਆ ਹੈ। ਧਿਆਨ ਦੇਣਾ, ਜਿਨ੍ਹਾਂ ਦੇ ਹਿਰਦੇ ਵਿੱਚ ਚਲੀ ਜਾਂਦੀ ਨਾ ਬਾਣੀ, ਜਿਨ੍ਹਾਂ ਦੇ ਹਿਰਦੇ ਵਿੱਚ ਸਿਮਰਨ ਚਲੇ ਜਾਂਦਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਲੋਕ ਸਰਵਣ ਕਰਿਓ ਜੀ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਰਾਮ ਨਾਮ ਉਰ ਮੈਂ ਗਇਓ ਜਾਂ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਆਰਾਮ ਨਾਮ ਉਰ ਮੈਂ ਗਏ, ਉਰ ਹਿਰਦਾ। ਜਦੋਂ ਤੱਕ ਰਮੇ ਹੋਏ ਰਾਮ ਦਾ ਨਾਮ ਹਿਰਦੇ ਵਿੱਚ ਨਹੀਂ ਜਾਂਦਾ, ਗੱਲ ਨਹੀਂ ਹੋ ਬਣਦੀ। ਤੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਚਲਾ ਗਿਆ ਰਾਮ ਨਾਮ ਉਰ ਮੈਂ ਗਇਓ ਜਾਂ ਕਾ ਸਮ ਨਹੀਂ ਕੋਈ। ਕਹਿੰਦੇ ਰਾਮ ਦੇ ਨਾਮ, ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਬਰਾਬਰ ਉਹਦੇ ਤੁੱਲ ਕੋਈ ਹੋਰ ਵਸਤ ਹੈ ਹੀ ਨਹੀਂ। ਤੇ ਜਿਸ ਦੇ ਹਿਰਦੇ ਵਿੱਚ ਚਲਾ ਗਿਆ ਇਹ ਨਾਮ, ਇਹ ਸਿਮਰਨ, ਇਹ ਵਾਹਿਗੁਰੂ ਮੰਤਰ, ਰਾਮ ਨਾਮ ਉਰ ਮੈਂ ਗਇਓ ਜਾਂ ਕਾ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ। ਪਾਤਸ਼ਾਹ ਕਹਿੰਦੇ ਜਿਹਦਾ ਸਿਮਰਨ ਕਰਨ ਦੇ ਨਾਲ ਤੇਰੇ ਜੀਵਨ ਦੇ ਸੰਕਟ ਮਿਟ ਜਾਣਗੇ। ਅੱਜ ਚਿਹਰਿਆਂ ਤੇ ਖੇੜੇ ਕਿਉਂ ਨੇ? ਉਤਰੇ ਹੋਏ ਚਿਹਰੇ, ਦਵਾਈ ਅੰਦਰ ਨਹੀਂ ਗਈ, ਦਵਾਈ ਨੂੰ ਚੱਖਿਆ ਨਹੀਂ, ਦਵਾਈ ਨੂੰ ਛਕਿਆ ਨਹੀਂ। ਆਪਾਂ ਰੋਜ਼ ਬਾਣੀ ਵਿੱਚ ਪੜ੍ਹਦੇ ਨਾ, ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੀ ਦਵਾਈ ਨਾਮ ਹੈ। ਮਹਾਂਪੁਰਸ਼ ਵੰਡ ਰਹੇ ਨੇ, ਗੁਰੂ ਪਾਤਸ਼ਾਹ ਵਾਰ-ਵਾਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਜਿਨ੍ਹਾਂ ਦੇ ਅੰਦਰ ਸਾਮਨ ਸਰਸੀ ਕਾਮਣੀ ਆਰਾਮ ਨਾਮ ਔਰ ਹਾਰ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾਮਣ ਦੇ ਮਹੀਨੇ ਦੇ ਉਪਦੇਸ਼ ਦੇ ਦੁਆਰਾ ਉਹ ਜੀਵ ਰੂਪ ਇਸਤਰੀ ਰਸ ਨਾਲ ਭਰ ਜਾਂਦੀ ਹੈ। ਰਾਮ ਨਾਮ ਔਰ ਹਾਰ, ਜਿਨ੍ਹਾਂ ਨੇ ਰਮੇ ਹੋਏ ਰਾਮ ਵਾਹਿਗੁਰੂ ਦੇ ਨਾਮ ਦਾ ਹਾਰ ਆਪਣੇ ਗਲ ਵਿੱਚ ਪਾ ਲਿਆ, ਆਪਣੇ ਹਿਰਦੇ ਵਿੱਚ ਵਸਾ ਲਿਆ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਰਾਮ ਨਾਮ ਉਰ ਮੈਂ ਗਹਿਓ ਜਾਂ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਇੱਡੀ ਵੱਡੀ ਦਾਤ ਅਸੀਂ ਰੱਬ ਲੱਭਦੇ ਫਿਰਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਸ਼ਲੋਕ ਵਿੱਚ ਦੱਸ ਦਿੱਤਾ, ਰੱਬ ਮਿਲੇਗਾ ਕਿਵੇਂ। ਪਹਿਲੀ ਤੇ ਗੱਲ, ਤੇਰੇ ਜੀਵਨ ਦੇ ਸੰਕਟ ਮਿਟ ਜਾਣਗੇ, ਤੇਰੇ ਜੀਵਨ ਵਿੱਚ ਆਏ ਹੋਏ ਦੁੱਖ ਦੂਰ ਹੋ ਜਾਣਗੇ, ਤੇਰੇ ਜੀਵਨ ਵਿੱਚ ਆਈਆਂ ਹੋਈਆਂ ਰੁਕਾਵਟਾਂ ਦੂਰ ਹੋ ਜਾਣਗੀਆਂ। ਪਰ ਸ਼ਰਤ ਹੈ ਰਾਮ ਨਾਮ ਉਰ ਮੈਂ ਗਹਿਓ। ਖੰਭ ਵਿਕਾਂਦੜੇ ਜੇ ਲਹਾਂ ਕਿ ਨਾ ਸਾਮੀ ਤੋਲ, ਤਨ ਜੜਾਈ ਆਪਣਾ ਲਾਹਾਂ ਸੋ ਸੱਜਣ ਟੋਲ। ਇਹ ਸੇਵਾ ਤੇ ਸਿਮਰਨ, ਇਹ ਖੰਭ ਮੈਂ ਆਪਣੇ ਤਨ ਦੇ ਨਾਲ ਜੜ ਲਵਾਂਗਾ। ਕੀ ਕਰਾਂਗਾ? ਲਾਹਾਂ ਸੋ ਸੱਜਣ ਟੋਲ। ਟੋਲ ਦਾ ਭਾਵ ਹੈ ਲੱਭ ਲੈਣਾ। ਮੈਂ ਆਪਣੇ ਸੱਜਣ ਨੂੰ ਲੱਭ ਲਵਾਂਗਾ। ਕਿਹੜਾ ਸੱਜਣ? ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਂਦ ਸ਼ਾਹੋ, ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹੋ। ਬੜੇ ਦੁਨਿਆਵੀ ਸੱਜਣ ਨੇ। ਪੁੱਤਰ ਕਹਿ ਕੇ ਜਾਵੇ ਨਾ ਮਾਂ ਨੂੰ, ਮਾਂ ਅੱਜ ਮੈਂ ਫਲਾਣੇ ਮਿੱਤਰ ਦੇ ਨਾਲ ਨਾ ਸ਼ਹਿਰ ਚੱਲਿਆ, ਦੇਰ ਹੋ ਜਾਵੇ ਨਾ, ਮਾਂ ਵਾਰ-ਵਾਰ ਗੇਟ ਵੱਲ ਵੇਖਦੀ ਹੈ, ਮਾਂ ਵਾਰ-ਵਾਰ ਦਰਵਾਜ਼ੇ ਵੱਲ ਵੇਖਦੀ, ਦੇਰ ਹੋ ਗਈ ਪੁੱਤਰ ਆਇਆ ਨਹੀਂ। ਕਦੀ ਕਿਸੇ ਨੂੰ ਪੁੱਛਦੀ, ਕਦੇ ਕਿਸੇ ਨੂੰ ਪੁੱਛਦੀ, ਖੈਰ ਹੋਵੇ ਮੇਰਾ ਪੁੱਤਰ ਆਇਆ ਨਹੀਂ। ਪਰ ਮਾਫ਼ ਕਰਨਾ, ਮਾਂ ਨੂੰ ਕਹਿ ਕੇ ਆਇਆ ਹੋਵੇ ਨਾ, ਮਾਂ ਮੈਂ ਚੱਲਿਆ ਹਜ਼ੂਰ ਸਾਹਿਬ, ਮੈਂ ਚੱਲਿਆ ਸੇਵਾ ਕਰਨ ਵਾਸਤੇ, ਮੈਂ ਚੱਲਿਆ ਸਿਮਰਨ ਦੀ ਦਾਤ ਲੈਣ ਵਾਸਤੇ, ਤੇ ਮਾਂ ਨੂੰ ਫੋਨ, ਮਾਂ ਦਾ ਫੋਨ ਆਵੇ ਵੀ ਨਾ, ਮਾਂ ਫੋਨ ਕਰੇ ਵੀ ਨਾ, ਤੇ ਉਹ ਕਹੇਗੀ ਪੁੱਤਰ ਰੱਜ ਕੇ ਸੇਵਾ ਕਰੀ। ਉਹਨੂੰ ਡਰ ਨਹੀਂ, ਇਸ ਸੱਜਣ ਕੋਲ ਬੈਠਿਆਂ
नाम की दात मिलनी। संसारक सज्जन ने मां नूं चिंता है फलाने दे पुत्र नाल गया पता नहीं कुछ कर ना आवे, तो गुरु पातशाह कहते ने मैं इस सज्जन नूं लभ लवां जिस सज्जन दे कोलों सारियां दातां मिलदियां ने। दुध पुत्र धन दौलत नाम दी दात सारियां दातां ते गुरु कोलों मिलदियां ने। ਆਪਾਂ ਮੰਗਣ ਵਾਲੇ ਤੇ ਹੋਈ ਆ ਨਾ, ਝੋਲੀ ਅੱਡਣ ਵਾਲੇ ਤੇ ਹੋਈਏ ਨਾ। ਮੈਂ ਬਹੁਤ ਵਾਰ ਸਾਂਝ ਕਰਦਾ ਜਦੋਂ ਗੁਰਚਰਨਾਂ ਵਿੱਚ ਆਉਂਦੇ ਹੋ ਨਾ, ਚਾਦਰ ਵਿਛਾ ਲਿਆ ਕਰੋ। ਕਈ ਵਾਰ ਨਾ ਭਰਮ ਹੋ ਜਾਂਦਾ, ਮੇਰੇ ਨਾਲ ਬਹੁਤ ਵਾਰ ਹੁੰਦਾ ਜਦੋਂ ਮੈਂ ਮੰਗ ਰੱਖਦਾ ਨਾ ਤੇ ਬਾਅਦ ਵਿੱਚ ਪਛਤਾਉਣਾ। ਗੁਰੂ ਪਾਤਸ਼ਾਹ ਛੋਟੀ ਜੀ ਮੰਗ ਮੰਗੀ, ਕਿਤੇ ਅੱਜ ਹੋਰ ਵੀ ਵੱਡੀ ਦਾਤ ਮੰਗੀ ਹੁੰਦੀ ਨਾ ਤੇ ਦਾਤੇ ਨੂੰ ਅੱਜ ਝੋਲੀਆਂ ਭਰ ਦੇਣੀਆਂ ਸੀ। ਵੱਡੀਆਂ ਵੱਡੀਆਂ ਦਾਤਾਂ ਝੋਲੀ ਚਾਦਰ ਵਿਛਾ ਲਿਆ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਧੰਨ ਧੰਨ ਬਾਬਾ ਨਿਧਾਨ ਸਿੰਘ ਜੀ, ਉਹ ਨਿਧਾਨ ਖਜ਼ਾਨੇ ਨੂੰ ਕਿਹਾ ਤੁਸੀਂ ਖਜ਼ਾਨਿਆਂ ਦੇ ਭਰੇ ਹੋਏ ਹੋ, ਸਾਡੀਆਂ ਝੋਲੀਆਂ ਖਜ਼ਾਨੇ ਨਾਲ ਭਰ ਦਿਓ, ਸਾਨੂੰ ਹੋਰ ਥਾਂ ਮੰਗਣ ਦੀ ਜ਼ਰੂਰਤ ਨਾ ਪਵੇ, ਅਸੀਂ ਥਾਂ ਥਾਂ ਤੇ ਮੰਗਦੇ ਨਾ ਫਿਰੀਏ। ਹੁਣ ਤੇਰੇ ਦਰ ਤੇ ਆਏ ਆ ਨਾ, ਵੇਖੋ ਕਿੰਨੀ ਕਿੰਨੀ ਦੂਰੋਂ ਆਪਾਂ ਆਏ ਆ, ਕਿੰਨੀ ਕਿੰਨੀ ਦੂਰੋਂ। ਅਰਦਾਸ ਕਰਿਆ ਕਰੋ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹਦੇ ਕੋਲ ਬੈਠਿਆਂ ਸੋਭਾ ਮਿਲਦੀ ਹੈ, ਇੱਥੇ ਬੈਠਿਆਂ ਮਾਣ ਮਿਲਦਾ। ਸੱਚ ਜਾਣਿਓ, जिस दिन मैं इधर आना सी, साडे संत बाबा दलेर सिंह जी, मैं बच्चों की क्लासां लाइया हुई सन, कैंप सी 3 दिन का, तो कैंप की समाप्ति सी। फोन किया, मैं पूछा सेवादारों को बाबा जी के दर्शन नहीं हुए, कह लगे जी वो तो हजूर साहब चले गए। मैं फोन किया, मैं कहा बाबा जी अज समाप्ति सी, तुसी कहते जी असी हजूर साहब जा रहे हैं, बाबा निधान सिंह जी की बरसी है, संत महापुरुषों दी बरसियां ने। तो मैं हासे नाल कहा, मैं क्या महापुरुषों कल्ले कल्ले तुसीं मैनूं क्यों नहीं आवाज़ मारी? कह लगे हुण आ जाओ, तत्काल च टिकट लै लो, तुहाडी टिकट के पैसे भी असीं दे देवांगे। जथेदार नीनू सिंह ने कहा, मैं क्या जी चलो चलीए। हालांकि प्रोग्राम हुंदे ने, सानूं प्रचारकों को लगातार चलते हैं, सारे कैंसल करके इधर आया। मैं 31 ਨੂੰ ਟਿਕਟ ਕਰਾਈ, 1 ਨੂੰ ਪਹੁੰਚਿਆ। ਇੱਕ ਸ਼ਾਮ ਨੂੰ ਸੰਤ ਬਾਬਾ ਬਲਵਿੰਦਰ ਸਿੰਘ ਜੀਆਂ ਨੂੰ ਦਰਸ਼ਨ ਕੀਤੇ। ਜਦੋਂ ਨਮਸਕਾਰ ਹੋਈ, ਕਹਿਣ ਲੱਗੇ ਕਥਾਵਾਚਕ ਜੀ ਇੱਕ ਕੰਮ ਕਰੋ। ਮੈਂ ਕਿਹਾ ਜੀ ਦੱਸੋ? ਕਹਿੰਦੇ ਅੰਮ੍ਰਿਤ ਵੇਲੇ ਨਾ ਸੱਚਖੰਡ ਹਾਜ਼ਰੀ ਭਰਨੀ ਆ। ਇਦੋਂ ਵੱਡੀ ਦਾਤ ਹੋਰ ਕੀ ਮਿਲੇਗੀ? ਮੈਂ ਬੜੀ ਵਾਰ ਸਾਂਝ ਕਰਦਾ, ਸਾਡਾ ਹੁੰਦਾ ਕੋਲ ਵੀ ਆ ਜਿਹੜਾ ਦੁਕਾਨ ਦੇ ਨਾਲ ਦੁਕਾਨ ਹੈ ਨਾ, ਇਹ ਮੈਨੂੰ ਮਿਲ ਜਾਵੇ, ਆਹ ਪਲਾਟ ਮੈਨੂੰ ਮਿਲ ਜਾਵੇ, ਆਹ ਕਿੱਲਾ ਜ਼ਮੀਨ ਦਾ ਮੇਰੇ ਕਿਤੇ ਮਿਲ ਜਾਵੇ, ਮੇਰਾ ਚੌਰਸ ਬਣ ਜਾਵੇ। ਸੱਚ ਜਾਣਿਓ, ਸਾਡੀ ਮੰਜ਼ਿਲ ਪਤਾ ਕੀ ਹੁੰਦੀ ਹੈ? ਸੱਚਖੰਡ ਵਸੈ ਨਿਰੰਕਾਰ, ਜਿੱਥੇ ਗੋਦ ਵਿੱਚ ਬਹਿ ਕੇ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋ ਜਾਏ। ਲੱਖਾਂ ਦੁਨੀਆ ਹੁੰਦੀ। ਸੱਚ ਜਾਣਿਓ, ਪਰਸੀ ਤੇ ਮੈਂ ਸਾਂਝ ਕੀਤੀ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਆਵਾਜ਼ ਮਾਰੀ, अपनी गोद में धन गुरु गोबिंद सिंह महाराज जी ने बिठा लिया। इदों वड्डी दात होर की चाहिए? आप जियां दे दर्शन करन दा, गुरु संगत के दर्शन करन दा सुभाग प्राप्त हो गया। इदों वड्डी दात होर की चाहिए? निक्के निक्के दातां मंगते रहने, पुत्र चाहिए, दुध चाहिए, धन चाहिए, दौलत चाहिए है। गुरचरणों में किते अरदास कर दी, विण तुद होर जे मंगना, सिर दुखां कै दुख, देह नाम संतोखिया, उतरै मन की भुख, मेरे मन की भुख दूर हो जाए। ये मन कदे रजदा नहीं, इनू जिन्ना मर्जी मिल जाए, ये भुखा दा भुखा ही रहिंदा। भुखिया भुख ना उतरी, जे बन्ना पुरियां पार, ये कदे रजदा नहीं। किते नाम की दात मंग लीए, सचमुच सच जाणियो, ये तृप्त हो जाएगा। गुरु पातशाह कहंदे ने, भाई गुरदास जी के बचन ने, वाहिगुरु गुर शब्द लै पिरम प्याला चुप चबोला। भाई गुरदास जी कहते हैं गुरु का सिख गुरु को आके वाहिगुरु शब्द लैंदा है, गुरु का हुक्म सुनता है, सरवण करता है, हिरदे विच वसाउंदा है, तो अपने प्रीतम के प्रेम के प्याले नूं चुप चुपीता अंदरों अंदरी दसदा नहीं फिरदा मेरे वांगू मैं आ गया मैं हो गया, नहीं, अंदरों अंदरी प्रीतम के प्रेम के प्याले नूं पींदा रहिंदा है। किवें जी? गृहस्थ विच रहिंदे आ, परिवार विच रहिंदे आ, समाज विच विचरदे आ, कार विहार करदे आ, घर महल माड़ियां वड्डियां गड्डियां सब कुछ हुंदे आ, अपने प्रीतम दे प्रेम दे प्याले नूं अंदरों अंदरी किवें वाहिगुरु वाहिगुरु वाहिगुरु, ये वाहिगुरु दे प्रीतम दे प्रेम दे प्याले नूं अंदरों अंदरी पींदा जांदा है।
ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਫਿਰ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਅਗਲੀ ਅਵਸਥਾ ਹੁਣ ਨਿਮਰਤਾ ਆ ਜਾਂਦੀ ਹੈ। ਇਹ ਦਾਤ ਜਦੋਂ ਮਿਲ ਜਾਵੇ ਨਾ, ਨਾਮ ਸਾਡੇ ਅੰਦਰੋਂ ਹਉਮੈ ਹੰਕਾਰ ਨੂੰ ਦੂਰ ਕਰਦਾ ਹੈ। ਜਦੋਂ ਇਹ ਨਾਮ ਦੀ ਦਾਤ ਮਿਲ ਜਾਂਦੀ ਨਾ, ਫਿਰ ਅੰਦਰ ਨਿਮਰਤਾ, ਅੰਦਰ ਪ੍ਰੇਮ ਜਾਗ ਪੈਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਗੁਰੂ ਦਾ ਸਿੱਖ ਕਰਦਾ ਕੀ ਹੈ, ਪੈਰੀ ਪੈ ਪਾਖਾ ਕੋਏ ਚਰਨ ਧੋਏ ਚਰਨੋਦਕ ਝੋਲਾ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਅੰਦਰ ਨਿਮਰਤਾ ਆ ਜਾਂਦੀ, ਪੈਰੀ ਪੈ ਜਾਂਦਾ, ਪੈਰ ਧੋ ਕੇ ਪੀਂਦਾ। ਆਪਾਂ ਇਹ ਕਹਿਣ ਵਾਲ ਮਾਤਰ ਸ਼ਬਦ ਨੇ, ਸਤਿਕਾਰਤ ਸ਼ਬਦ ਨੇ, ਸੌਖਾ ਸਮਝ ਆ ਜਾਵੇ। ਸਾਡਾ ਕੋਈ ਕੰਮ ਨਾ ਹੁੰਦਾ ਹੋਵੇ, ਮੰਨ ਲਓ ਸਾਡੇ ਬੱਚੇ ਦਾ ਅੱਜ ਪੁੱਤਰਾਂ ਦੇ ਰਿਸ਼ਤੇ ਕਰਨੇ ਬੜੇ ਔਖੇ ਨੇ, ਪਤਾ ਕਿਉਂ? ਅਸੀਂ ਧੀਆਂ ਨਹੀਂ ਜੰਮਣ ਦਿੱਤੀਆਂ। ਇਸ ਪਾਸੇ ਫਿਰ ਕਦੇ ਸਮਾਂ ਮਿਲਿਆ ਆਪਾਂ ਸਾਂਝ ਕਰਾਂਗੇ। ਤੇ ਜਦੋਂ ਕੋਈ ਵਿਚੋਲਾ ਉਹਨਾਂ ਨੂੰ ਕਹੇਗੀ, ਉਹਨੂੰ ਕਹੀਏ ਵੀ ਸਾਡਾ ਰਿਸ਼ਤਾ ਕਰਾ ਦੇ, ਉਹ ਕਹਿੰਦਾ ਵੀ ਹੈ ਮੈਂ ਕਰਵਾ ਦਾਂ। ਕਹਿੰਦਾ ਮੈਂ ਤੇਰੇ ਪੈਰ ਧੋ ਕੇ ਪੀਵਾਂਗਾ, ਮੇਰਾ ਆਹ ਕੰਮ ਤੂੰ ਕਰਵਾ ਦੇ, ਮੈਂ ਤੇਰੇ ਪੈਰ ਧੋ ਕੇ ਪੀਵਾਂਗਾ। ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਦਾ ਸਿੱਖ ਅੰਦਰੋਂ ਇੰਨਾ ਕੁ ਰਸ ਦੇ ਨਾਲ ਭਰ ਜਾਂਦਾ, ਪੈਰੀ ਪੈ ਪਾ ਖਾਕ ਹੋਏ ਚਰਨ ਧੋਏ ਚਰਨੋਦਕ ਝੋਲਾ। ਪੈਰ ਧੋ ਕੇ ਪੀਂਦਾ, ਚਰਨ ਫੜਦਾ ਹੈ, ਚਰਨਾਂ ਦੀ ਧੂੜ ਬਣ ਜਾਂਦਾ ਹੈ। ਅਖੀਰ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਕਵਲ ਚਿਤ ਭੰਵਰ ਕਰ ਭਵ ਜਲ ਅੰਦਰ ਰਹਿ ਨਿਰੋਲਾ। ਆਪਣੇ ਚਿੱਤ ਨੂੰ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਦਾ ਭੰਵਰਾ ਬਣਾ ਲੈਂਦਾ। ਚਰਨ ਸਮਝਦੇ ਹੋ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਿਹੜੇ ਨੇ? ਪੰਚਮ ਪਾਤਸ਼ਾਹ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਹਿਰਦਾ ਚਰਨ ਸ਼ਬਦ ਸਤਿਗੁਰ ਕੋ। ਪਿੰਡਾਂ ਵਿੱਚ ਕਈ ਵਾਰ ਆਪਾਂ ਵੇਖਦੇ ਹਾਂ ਗੁਰਸਿੱਖ ਸੰਗਤਾਂ ਹੁੰਦੀਆਂ ਨੇ, ਗੁਰੂ ਸਾਹਿਬਾਂ ਦੇ ਪਲੰਘ ਦੇ ਪਾਵੇ ਪੁੱਟਦੇ ਨੇ, ਸ਼ਾਇਦ ਗੁਰੂ ਸਾਹਿਬਾਂ ਦੇ ਚਰਨ ਨੇ, ਸਤਿਕਾਰ, ਪਰ ਅਸਲ ਵਿੱਚ ਇਹ ਚਰਨ ਨਹੀਂ। ਪੰਚਮ ਪਾਤਸ਼ਾਹ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਪਾਲ। ਪੰਚਮ ਪਾਤਸ਼ਾਹ ਕਹਿੰਦੇ ਨੇ ਮੈਂ ਆਪਣੇ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਵਸਾ ਲਿਆ। ਅਸਲ ਵਿੱਚ ਚਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸ਼ਬਦ ਨੇ। ਹਿਰਦਾ ਸ਼ਬਦ, ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਪਾਲ। ਕਹਿੰਦੇ ਮੈਂ ਆਪਣੇ ਪੱਲੇ ਵਿੱਚ ਬੰਨ੍ਹ ਲੈਣਾ, ਮੈਨੂੰ ਜਿੱਥੇ ਜ਼ਰੂਰਤ ਪੈਂਦੀ ਮੈਂ ਉੱਥੇ ਵਰਤ ਲੈਣਾ। ਪੱਲਾ ਸਮਝਦੇ ਹੋ ਨਾ? ਆਪ ਜੀ ਆਇਓ ਦੂਰੋਂ, ਜਦੋਂ ਘਰੋਂ ਤੁਰਦੇ ਹੋ ਪ੍ਰਸ਼ਾਦਾ ਪੱਲੇ ਵਿੱਚ ਬੰਨ੍ਹ ਲੈਂਦੇ ਹੋ। ਪਤਾ ਵੀ ਟ੍ਰੇਨ ਵਿੱਚ ਨਹੀਂ ਮਿਲਣਾ, ਪੱਲੇ ਵਿੱਚ ਹੋਵੇਗਾ ਤੇ ਖਾ ਲਵਾਂਗੇ। ਜੇ ਸਾਡੇ ਪੱਲੇ ਹੀ ਨੇ ਕੁਝ, ਅਸੀਂ ਕਿੱਥੋਂ ਖਾਵਾਂਗੇ? ਇੱਥੋਂ ਜਾਣਾ ਮਹਾਂਪੁਰਸ਼ ਪੱਲੇ ਵਿੱਚ ਬੰਨ੍ਹ ਕੇ ਦਿੰਦੇ ਨੇ। ਆਪ ਜੀ ਆਏ ਹੋ ਨਾ, ਜਦੋਂ ਜਾਣਾ ਤੇ ਪ੍ਰਸ਼ਾਦਾ ਪਾਣੀ ਪੱਲੇ ਬੰਨ੍ਹ ਕੇ ਦਿੰਦੇ ਨੇ। ਭਾਈ ਜਿੱਥੇ ਭੁੱਖ ਲੱਗੀ ਉੱਥੇ ਛਕ ਲਿਓ। ਇਸੇ ਤਰ੍ਹਾਂ ਗੁਰੂ ਨਾਨਕ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮੈਂ ਆਪਣੇ ਪੱਲੇ ਦੇ ਵਿੱਚ ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ, ਗੁਰੂ ਦਾ ਸਿਮਰਨ ਬੰਨਿਆ ਹੋਇਆ ਹੈ। ਚਰਨ ਕਵਲ ਚਿਤ ਭੰਵਰ ਕਰ ਭਵ ਜਲ ਅੰਦਰ ਰਹਿ ਨਿਰੋਲਾ। ਇਹ ਸੰਸਾਰ ਸਮੁੰਦਰ ਹੈ, ਇਹਦੇ ਵਿੱਚੋਂ ਨਿਰੋਲ ਹੋ ਕੇ ਪਵਿੱਤਰ ਹੋ ਕੇ ਜਾਵੇਂਗਾ। ਜੀਵਨ ਮੁਕਤ ਸਚਾਵਾਂ ਚੋਲਾ। ਕਹਿੰਦੇ ਤੇਰਾ ਸਰੀਰ ਰੂਪੀ ਚੋਲਾ ਜਿਹੜਾ ਨਾ, ਇਹ ਜੀਵਨ ਮੁਕਤ ਹੋ ਜਾਵੇਗਾ। ਬਾਅਦ ਵਿੱਚ ਤੈਨੂੰ ਮੁਕਤੀ ਕਰਾਉਣ ਦੀ ਜ਼ਰੂਰਤ ਨਹੀਂ। ਸੋ ਜਿਨ੍ਹਾਂ ਦਾ ਨੇਤਰ ਰਸ ਦੇ ਨਾਲ ਭਰ ਗਏ, ਉਹਨਾਂ ਦੇ ਪਰਥਾਏ ਗੁਰੂ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਬਿਨਾ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮਨ ਨੂੰ ਕਸਵੱਟੀ ਤੇ ਲਾ ਦਿੱਤਾ। ਕਈ ਵਾਰ ਕਸਵੱਟੀ ਬੜੀ ਪੈਂਦੀ ਹੈ, ਸਿੱਖਾਂ ਤੇ ਪੈਂਦੀ ਰਹਿੰਦੀ ਹੈ ਕਸਵੱਟੀ। ਸੁਨਿਆਰਾ ਜਦੋਂ ਸੋਨੇ ਨੂੰ ਕਸਵੱਟੀ ਤੇ ਲਾਉਂਦਾ, ਇੱਕ ਪੱਥਰ ਦੀ ਕਾਲੀ ਸਿੱਲ ਹੁੰਦੀ ਉਹਦੇ ਕੋਲ, ਉਸ ਸਿੱਲ ਤੇ ਸੋਨੇ ਨੂੰ ਘਸਾਉਂਦਾ ਹੈ। ਜੇ ਤੇ ਸੁਨਹਿਰੀ ਰੰਗ ਹੈ ਤੇ ਪਿਓਰ ਹੈ, ਜੇ ਉਹਦਾ ਰੰਗ ਥੋੜ੍ਹਾ ਜਿਹਾ ਬਦਲਣਾ ਤੇ ਉਹ ਕਹਿੰਦੇ ਵੀ ਇਹਦੇ ਵਿੱਚ ਕੁਝ ਮਿਲਾਵਟ ਹੈ, ਖੋਟ ਹੈ। ਖੋਟ ਕੱਢਣ ਵਾਸਤੇ ਸੁਨਿਆਰਾ ਫਿਰ ਉਸ ਸੋਨੇ ਨੂੰ ਕੋਠਾਲੀ ਵਿੱਚ ਪਾਉਂਦਾ, ਥੱਲੇ ਅੱਗ ਬਾਲਦਾ, ਉਹਦੇ ਵਿੱਚੋਂ ਮੈਲ ਕੱਢਦਾ। ਜਦੋਂ ਮੈਲ ਨਿਕਲ ਜਾਂਦੀ ਫਿਰ ਬਿਲਕੁਲ ਪਿਓਰ ਸੋਨਾ ਹੋ ਜਾਂਦਾ। ਤੇ ਗੁਰੂ ਪਾਤਸ਼ਾਹ ਇੱਥੇ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਦੋਂ ਰਮੇ ਹੋਏ ਰਾਮ ਨੇ ਮਨ ਨੂੰ ਕਸਵੱਟੀ ਤੇ ਲਾ ਕੇ ਘਸਾ ਕੇ ਵੇਖਿਆ, ਜ਼ੋਰ ਵੇਖਿਆ ਵੀ ਇਹ ਅੰਦਰੋਂ ਵੀ ਪੂਰਾ ਹੈ ਕਿ ਬਾਹਰੋਂ ਵਿਖਾਵਾ ਤੇ ਨਹੀਂ ਸਾਡੇ ਵਾਂਗੂ ਚੋਲਾ ਪਾ ਕੇ ਕਰਦਾ ਹੋਇਆ। ਕਈ ਵਾਰ ਅਸੀਂ ਬਾਹਰੋਂ ਹੋਰ ਹੁੰਦੇ ਹਾਂ ਨਾ, ਅੰਦਰੋਂ ਹੋਰ ਹੁੰਦੇ ਹਾਂ। ਬਾਣੀ ਵਿੱਚ ਆਇਆ ਨਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆਂ। ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਕੱਚੇ ਪਿੱਲਿਆਂ ਨੂੰ ਕੱਢ ਕੇ ਵੱਖਰੇ ਰੱਖ ਦਿੱਤਾ ਜਾਂਦਾ ਹੈ।
ਉਹ ਸਾਨੂੰ ਪਰਖ ਕੇ ਵੇਖਦਾ ਹੈ। ਗੁਰਮੁਖ ਰੰਗ ਝੁਲੂਲਿਆ ਮੇਰਾ ਮਨ ਤਨੋ ਪਿੰਨਾ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੁਰੂ ਨੇ ਬਖਸ਼ਿਸ਼ ਕਰਕੇ ਮੇਰੇ ਮਨ ਤੇ ਤਨ ਨੂੰ ਨਾਮ ਦੇ ਰੰਗ ਵਿੱਚ ਚਲੂਲ ਦਿੱਤਾ, ਡੁਬੋ ਦਿੱਤਾ, ਨਾਮ ਦਾ ਰੰਗ ਚੜਾ ਦਿੱਤਾ। ਮੇਰਾ ਮਨ ਤਨੋ ਪਿੰਨਾ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇੰਨੀ ਬਖਸ਼ਿਸ਼ ਹੋਈ ਮੇਰਾ ਮਨ ਵੀ ਤੇ ਤਨ ਵੀ ਭਿੱਜ ਗਿਆ। ਕੱਲਾ ਅੰਦਰੋਂ ਨਹੀਂ, ਮੈਂ ਬਾਹਰੋਂ ਵੀ ਪਵਿੱਤਰ ਹੋ ਗਿਆ। ਅਸਲ ਵਿੱਚ ਸਰੀਰ ਜਿਹੜਾ ਨਾ, ਜੇ ਇਹਦੇ ਬਾਰੇ ਆਪਾਂ ਗੁਰੂ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਪਾਤਸ਼ਾਹ ਬਾਣੀ ਵਿੱਚ ਬੜੇ ਸੁੰਦਰ ਬਚਨ ਸਾਂਝੇ ਕਰਦੇ ਨੇ। ਚਲਤ ਕਤ ਟੇਡੇ 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 ਅਸਤ ਚਰਮ ਬਿਸਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਡੇ। ਕਈ ਵਾਰ ਆਪਣੇ ਸਰੀਰ ਨੂੰ ਵੇਖ ਕੇ ਅਸੀਂ ਬੜਾ ਮਾਣ ਕਰਦੇ ਹਾਂ ਕਿ ਮੇਰੇ ਵਰਗਾ ਸੋਹਣਾ ਨਹੀਂ ਕੋਈ, ਮੇਰੇ ਵਰਗਾ ਜਵਾਨ ਨਹੀਂ ਕੋਈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇਹ ਅਹੰਕਾਰ ਕਰਨ ਵਾਲੇ ਇਸ ਤਨ ਦਾ, ਆਹ ਤੈਨੂੰ ਦੱਸਦਾ ਤੇਰੇ ਤਨ ਦੀ ਔਕਾਤ ਕੀ ਹੈ। ਮੇਰੇ ਤਨ ਦੀ ਔਕਾਤ ਦੱਸਦੇ ਨੇ, ਥੋੜ੍ਹਾ ਜਿਹਾ ਸੌਖਾ ਸਮਝ ਆ ਜਾਵੇਗਾ। ਆਪਾਂ ਪਿੰਡੋਂ ਆ, ਪਿੰਡਾਂ ਦੇ ਵਿੱਚ ਕਈ ਵਾਰ ਸਾਨੂੰ ਜ਼ਰੂਰਤ ਪੈਂਦੀ ਕਿਸੇ ਮੰਤਰੀ ਨੂੰ ਜਾਂ ਕਿਸੇ ਅਫਸਰ ਨੂੰ ਮਿਲਣਾ ਹੋਵੇ, ਅਸੀਂ ਲੱਭਦੇ ਹਾਂ ਕਿ ਜਿਹੜਾ ਬੰਦੇ ਦੀ ਉਸ ਅਫਸਰ ਦੇ ਨਾਲ ਜਾਂ ਮੰਤਰੀ ਦੇ ਨਾਲ ਗੱਲਬਾਤ, ਅਸੀਂ ਉਹਨੂੰ ਮਿਲ ਗਏ। ਜਦੋਂ ਉਹਨੂੰ ਨਾਲ ਲੈ ਕੇ ਜਾਂਦੇ ਆ ਨਾ, ਤੇ ਜਦੋਂ ਉਹਦੇ ਦਫ਼ਤਰ ਪਹੁੰਚਦੇ ਆ, ਉਹ ਕਹਿੰਦਾ ਵੀ ਤੁਸੀਂ ਇੱਥੇ ਬੈਠੋ ਤੇ ਮੈਂ ਅੰਦਰੋਂ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ। ਧਿਆਨ ਦੇਣਾ, ਉਦੋਂ ਚਾਲ ਵੇਖਿਓ, ਕਿਉਂਕਿ ਵੱਖਰਾ ਹੁੰਦਾ ਨਾ ਵੀ ਮੇਰੀ ਪਹੁੰਚ ਹੈ, ਮੇਰੀ ਇਹਦੇ ਨਾਲ ਪਹੁੰਚ ਹੈ, ਉਦੋਂ ਚਾਲ ਟੇਢੀ ਹੋ ਜਾਂਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਇਹ ਟੇਢੀ ਚਾਲ ਚੱਲਣ ਵਾਲਿਆ, ਆ ਮੈਂ ਤੈਨੂੰ ਦੱਸਦਾ ਅਸਲ ਵਿੱਚ ਤੇਰੀ ਔਕਾਤ ਕੀ ਹੈ। ਅਸਤ ਚਰਮ ਬਿਸਟਾ ਕੇ ਮੁੰਦੇ। ਅਸਤ ਕਿਹਾ ਜਾਂਦਾ ਹੱਡੀਆਂ ਨੂੰ, ਫੁੱਲਾਂ ਨੂੰ, ਅਸਤੀਆਂ ਪ੍ਰਵਾਹ ਕਰਨ ਲੀਆਂ। ਪਾਤਸ਼ਾਹ ਕਹਿੰਦੇ ਨੇ, ਹੱਡੀਆਂ ਦਾ ਤੂੰ ਪਿੰਜਰ ਹੈ, ਚਮੜੀ ਦੇ ਵਿੱਚ ਲਪੇਟਿਆ ਹੋਇਆ ਹੈ। ਅਸਤ ਚਰਮ ਬਿਸਟਾ ਕੇ ਮੁੰਦੇ। ਬਿਸਟਾ ਗੰਧ ਨੂੰ ਕਿਹਾ ਜਾਂਦਾ ਹੈ। ਕਹਿੰਦੇ ਗੰਧ ਦਾ ਤੂੰ ਭਰਿਆ ਹੋਇਆ ਹੈ। ਮਾਣ ਐਡਾ ਕਰਨਾ ਕਿ ਮੇਰੇ ਵਰਗਾ ਸੋਹਣਾ ਨਹੀਂ। ਕਿਸੇ ਦੀ ਨੱਕ ਮੋਟੀ ਹੋਵੇ ਨਾ, ਕਿਸੇ ਦੇ ਦੰਦ ਬਾਹਰ ਹੋਣ, ਅਸੀਂ ਮਖੌਲ ਕਰਦੇ ਹਾਂ। ਕਿਸੇ ਦੇ ਬੁੱਲ ਮੋਟੇ ਹੋਣ, ਮਖੌਲ ਕਰਦੇ ਹਾਂ, ਫਲਾਣੇ ਦਾ ਨਿਆਣਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਆ ਮੈਂ ਤੈਨੂੰ ਦੱਸਦਾ, ਦੂਸਰਿਆਂ ਨੂੰ ਗੱਲਾਂ ਕਰਨ ਵਾਲਿਆ, ਹਉ ਹੰਕਾਰ ਕਰਨ ਵਾਲਿਆ, ਆ ਮੈਂ ਤੈਨੂੰ ਦੱਸਦਾ ਤੇਰੀ ਔਕਾਤ ਕੀ ਹੈ। ਕਹਿੰਦੇ ਤੂੰ ਹੱਡੀਆਂ ਦਾ ਪਿੰਜਰ ਹੈ, ਚਮੜੇ ਦੇ ਵਿੱਚ। ਅਸਤ ਚਰਮ, ਚਰਮ ਸਕਿਨ ਨੂੰ ਕਿਹਾ ਜਾਂਦਾ ਹੈ। ਚਰਮ ਰੋਗ ਦੇ ਵੈਦ, ਚਰਮ ਰੋਗ ਦੇ ਡਾਕਟਰ, ਚਮੜੀ ਦੇ ਡਾਕਟਰ। ਕਹਿੰਦੇ ਹੱਡੀਆਂ ਦਾ ਪਿੰਜਰ ਹੈ, ਚਮੜੀ ਦੇ ਵਿੱਚ ਲਪੇਟਿਆ ਹੋਇਆ ਹੈ। ਬਿਸਟਾ ਹੀ ਕੇ ਮੁੰਦੇ। ਕਹਿੰਦੇ ਗੰਧ ਦਾ ਤੂੰ ਭਰਿਆ ਹੈ, ਦੁਰਗੰਧ ਹੀ ਕੇ ਬੇਡੇ। ਦੁਰਗੰਧ, ਬਦਬੂ ਨੂੰ ਕਹਿੰਦੇ ਤੂੰ ਤੇ ਬਦਬੂ ਦਾ ਭਰਿਆ ਹੋਇਆ। ਸਵੇਰੇ ਬੁਰਸ਼ ਨਾ ਕੀਤਾ ਹੋਵੇ, ਆਪਣਾ ਹੀ ਅੱਗੇ ਹੱਥ ਕਰਕੇ ਬਾਹਰ ਨੂੰ ਸਾਹ ਕਰਿਓ, ਉਹ ਸਾਹ ਸੁੰਘਿਆ ਨਹੀਂ ਜਾਂਦਾ, ਇੰਨੀ ਬਦਬੂ। ਤੇ ਕਈਆਂ ਦੇ ਮੂੰਹ ਵਿੱਚੋਂ ਵੈਸੇ ਬਦਬੂ ਆਉਂਦੀ, ਮਾੜਾ ਹੋਵੇ ਨਾ, ਉਹਨੂੰ ਕਹੀਦਾ ਵੀ ਮੂੰਹ ਪਰਾਂ ਨੂੰ ਕਰਕੇ ਕਰ, ਤੇਰੇ ਮੂੰਹ 'ਚੋਂ ਬੋ ਆਉਂਦੀ ਹੈ। ਸੌਖੀ ਜੀ ਬੋਲੀ ਦੇ ਵਿੱਚ ਨਾ ਆਪਾਂ ਮਾੜਾ ਹੋਵੇ ਨਾ, ਤਗੜੇ ਵੱਲੋਂ ਤੇ ਆਪ ਮੂੰਹ ਪਰਾਂ ਨੂੰ ਕਰ ਲਈਦਾ, ਡਰੀਦਾ ਨਾ। ਇਹ ਸਾਡੀ ਅਵਸਥਾ, ਕੁਦਰਤੀ ਗੱਲ। ਤਗੜੇ ਦੇ ਅੱਗੇ ਤੁਸੀਂ ਝੁਕਦੇ ਫਿਰਦੇ ਆ, ਮਾਫ ਕਰਨਾ, ਮਾੜੇ ਦੇ ਅੱਗੇ ਆ ਹੋ ਜੀਦਾ। ਗੁਰੂ ਪਾਤਸ਼ਾਹ ਕਹਿੰਦੇ, ਇੰਨਾ ਮਾਣ ਕਰਨ ਵਾਲਿਆ, ਹੰਕਾਰ ਕਰਨ ਵਾਲਿਆ, ਤੂੰ ਤੇ ਦੁਰਗੰਧ ਦਾ, ਬਦਬੂ ਦਾ ਘਰ ਭਰਿਆ ਪਿਆ ਹੈ। ਮਾਣ ਤੂੰ ਏਡਾ ਕਰਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੁਰਮੁਖ ਰੰਗ ਚਲੂਲੇ ਆ ਮੇਰਾ ਮਨ ਤਨੋ ਪਿੰਨਾ। ਗੁਰੂ ਨੇ ਨਾਮ ਦਾ ਰੰਗ ਚੜਾ ਦਿੱਤਾ, ਮਨ ਵੀ ਤੇ ਤਨ ਵੀ ਜਿਹੜਾ ਉਸ ਰੰਗ ਵਿੱਚ ਰੰਗਿਆ ਗਿਆ। ਨਾਨਕ ਮੁਸਕ ਚ ਖੋਲਿਆ ਸਭ ਜਨਮ ਤਨ ਧੰਨਾ। ਨਾਨਕ ਦਾਸ ਮੁਸਕ ਝਕੋਲਿਆ। ਕੱਪੜਿਆਂ ਨੂੰ ਝਕੋਲਦੇ ਆ ਨਾ, ਕਹਿੰਦੇ ਝਕੋਲੋ ਚੰਗੀ ਤਰ੍ਹਾਂ ਮੈਲ ਨਿਕਲ ਜਾਵੇ। ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਇੱਥੇ ਜਨ ਦੇ ਨੰਨੇ ਨੂੰ ਔਂਕੜ ਹੈ, ਨਾਨਕ ਦੇ ਕੱਕੇ ਨੂੰ ਔਂਕੜ ਹੈ। ਆਪਣੇ ਆਪ ਨੂੰ ਸੰਬੋਧਨ ਕਰਦੇ ਨੇ। ਜਿੱਥੇ ਨਾਨਕ ਸ਼ਬਦ ਆਪਾਂ ਤਿੰਨ ਤਰ੍ਹਾਂ ਬਾਣੀ ਵਿੱਚ ਪੜ੍ਹਦੇ ਹਾਂ, ਨਾਨਕ ਨਾਨਕ ਨਾਨਕ। ਨੰਨੇ ਨੂੰ ਕੰਨਾ, ਨੰਨਾ ਕੱਕਾ, ਨਾਨਕ। ਕੱਕਾ ਮੁਕਤਾ ਹੈ। ਇੱਥੇ ਇਹਦੇ ਅਰਥ ਬਣਦੇ ਨੇ, ਇਹ ਨਾਨਕ ਆਖ। ਫਿਰ ਆਪਾਂ ਨਾਨਕ ਪੜ੍ਹਦੇ ਹਾਂ, ਨੰਨੇ ਨੂੰ ਕੰਨਾ, ਨੰਨਾ ਕੱਕਾ, ਕੱਕੇ ਨੂੰ ਸਿਹਾਰੀ। ਇਹਦਾ ਅਰਥ ਹੈ ਨਾਨਕ ਨੇ, ਨਾਨਕ ਦੇ ਰਾਹੀਂ, ਨਾਨਕ ਦੇ ਦੁਆਰਾ।
ਹੁਣ ਸ਼ਬਦ ਆਇਆ ਨਾਨਕ ਨੰਨੇ ਨੂੰ ਕੰਨਾ, ਨੰਨਾ ਕੱਕੇ ਨੂੰ ਔਂਕੜ। ਇੱਥੇ ਆਪਣੇ ਆਪ ਨੂੰ ਉੱਤਮ ਪੁਰਸ਼ ਨੂੰ ਸੰਬੋਧਨ ਕੀਤਾ ਗੁਰੂ ਪਾਤਸ਼ਾਹ ਜੀਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਮੈਂ ਦਾਸ ਨਾਨਕ ਦਾ ਜਨਮ ਜਿਹੜਾ ਉਹ ਧੰਨ ਧੰਨ ਹੋ ਗਿਆ। ਕਦੋਂ ਹੋ ਗਿਆ? ਜਦੋਂ ਮੇਰੇ ਮਨ ਤੇ ਤਨ ਨੂੰ ਨਾਮ ਦੇ ਰੰਗ ਵਿੱਚ ਝਕੋਲ ਦਿੱਤਾ, ਨਾਮ ਦੇ ਰੰਗ ਵਿੱਚ ਡੁਬੋ ਦਿੱਤਾ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਇਹ ਪ੍ਰਾਪਤੀ ਕਿਵੇਂ ਹੋਈ? ਹਰ ਪ੍ਰੇਮ ਬਾਣੀ ਮਨ ਮਾਰਿਆ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਪ੍ਰੇਮ ਦਾ ਬਾਣ ਗੁਰੂ ਪਾਤਸ਼ਾਹ ਨੇ ਮਾਰ ਦਿੱਤਾ। ਅਣਿਆਲੇ ਅਣੀਆਂ ਰਾਮ ਰਾਜੇ। ਉਹ ਜਿਹੜਾ ਤੀਰ ਸੀ ਨਾ, ਉਹ ਅਣੀਆਂ ਵਾਲਾ ਸੀ। ਆਪ ਜੀ ਤੀਰ ਨੂੰ ਵੇਖਦੇ ਹੋ, ਤੀਰ ਦੇ ਸਾਹਮਣੇ ਨੋਕ ਤੇਜ਼ ਹੁੰਦੀ ਹੈ, ਤੇ ਕਈਆਂ ਦੇ ਪਿਛਲੇ ਪਾਸੇ ਤੀਰ ਦੇ ਵੀ ਜਿਹੜੀਆਂ ਦੋ ਨੋਕਾਂ ਨੇ ਉਹਨਾਂ ਦੇ ਉਹ ਵੀ ਤੇਜ਼ ਹੁੰਦੀਆਂ ਨੇ, ਤੇ ਉਹ ਬਾਹਰ ਨੂੰ ਮੁੜੀਆਂ ਹੁੰਦੀਆਂ ਨੇ। ਉਹ ਤੀਰ ਜਿਹੜਾ ਨਾ ਜਦੋਂ ਅੰਦਰ ਵੱਜਦਾ ਤੇ ਜਦੋਂ ਉਹਨੂੰ ਬਾਹਰ ਖਿੱਚਦੇ ਆ ਨਾ, ਉਹ ਅੰਦਰੋਂ ਆਂਦਰਾਂ ਬਾਹਰ ਕੱਢ ਲੈਂਦਾ। ਭਾਵ ਉਹ ਪਾਰ ਨਹੀਂ ਲੰਘਦਾ, ਅੰਦਰ ਹੀ ਟਿਕ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੁਰੂ ਨੇ ਕਿਰਪਾ ਕਰਕੇ ਮਨ ਨੂੰ ਬਾਣੀ ਦਾ ਬਾਣ ਮਾਰ ਦਿੱਤਾ, ਜਿਹਦੇ ਤੀਰ ਦੇ ਨੋਕਾਂ ਜਿਹੜੀਆਂ ਸਨ ਉਹ ਅੱਗੋਂ ਤੇ ਪਿੱਛੋਂ ਤਿੱਖੀਆਂ ਸਨ। ਉਹ ਬਾਹਰ ਨਹੀਂ ਗਿਆ, ਉਹ ਇਧਰੋਂ ਪੈ ਕੇ ਤੇ ਇਧਰੋਂ ਨਹੀਂ ਨਿਕਲਿਆ, ਅੰਦਰ ਟਿਕ ਗਿਆ। ਉਹ ਨਾਮ ਦਾ ਬਾਣ ਮੇਰੇ ਅੰਦਰ ਟਿਕ ਗਿਆ। ਜਿਸ ਲਾਕੀ ਪੀਰ ਭਰਮ ਕੀ, ਸੋ ਜਾਣੈ ਜਰੀਆ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇਹ ਪੀੜ ਜਿਹਨੂੰ ਲੱਗਦੀ ਹੈ ਨਾ ਉਹ ਹੀ ਜਾਣਦਾ ਹੈ। ਪ੍ਰੀਤਮ ਦੇ ਪ੍ਰੇਮ ਦੀ ਪੀੜ ਜਿਹਨੂੰ ਲੱਗਦੀ ਉਹ ਹੀ ਜਾਣਦਾ ਹੈ। ਸਾਰਿਆਂ ਨੂੰ ਨਹੀਂ। ਜਿਨ ਲਾਗੀ ਪੀਰ ਪ੍ਰੇਮ ਕੀ, ਸੋ ਜਾਣੈ ਜਰੀਆ। ਉਹ ਹੀ ਜਾਣਦਾ ਕਿ ਕਿਵੇਂ ਜਰੀ ਜਾ ਸਕਦੀ ਹੈ। ਉਹਨੇ ਜਿਸਨੇ ਜਰ ਲਈ ਨਾ, ਉਹ ਹੀ ਜਾਣਦਾ ਹੈ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰਿਆ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿਹੜਾ ਜੀਵਨ ਦੇ ਵਿੱਚ ਆਪਣੇ ਆਪ ਨੂੰ, ਆਪਣੇ ਹਉ ਨੂੰ, ਆਪਣੇ ਹੰਕਾਰ ਨੂੰ ਮਾਰ ਲੈਂਦਾ ਨਾ, ਅਸਲ ਵਿੱਚ ਉਹ ਮਰ ਕੇ ਜਿਉਂਦਾ ਹੋ ਜਾਂਦਾ ਹੈ। ਦੋ ਤਰ੍ਹਾਂ ਦੀ ਮੌਤ ਹੈ, ਇੱਕ ਆਤਮਿਕ ਮੌਤ, ਇੱਕ ਅਟਲ ਮੌਤ। ਜ਼ਮੀਰ ਦਾ ਮਰਨਾ ਬੜੀ ਭਿਆਨਕ ਮੌਤ ਹੈ। ਅਟਲ ਮੌਤ ਤੇ ਇੱਕ ਵਾਰ ਆਉਂਦੀ ਹੈ, ਪਰ ਆਚਰਣ ਤੋਂ ਗਿਰਿਆ ਹੋਇਆ ਮਨੁੱਖ ਵਾਰ-ਵਾਰ ਇਹ ਆਤਮਿਕ ਮੌਤੇ ਮਰਦਾ ਹੈ। ਕਈ ਵਾਰ ਤਾਂ ਉੱਚੀਆਂ ਪਦਾਂ ਤੇ ਬੈਠਾ ਹੋਇਆ, ਉੱਚੀਆਂ ਪਦਵੀਆਂ ਤੇ ਬੈਠਾ ਹੋਇਆ ਮਨੁੱਖ ਇਹੋ ਜਿਹਾ ਕਰਮ ਕਰ ਲੈਂਦਾ ਜਿਹਦੇ ਤੇ ਕਿਤੇ ਬਲਾਤਕਾਰ ਦਾ, ਕਿਤੇ ਰਿਸ਼ਵਤ ਦਾ ਕੋਈ ਦਾਗ ਲੱਗ ਜਾਵੇ, ਉਹ ਜੀਵਨ ਵਿੱਚ ਉਹਦੀ ਜੀਵਨ ਜਿਉਂਦੇ ਜੀ ਮੌਤ ਹੋ ਜਾਂਦੀ ਹੈ। ਤੇ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਐ। ਪਾਤਸ਼ਾਹ ਕਹਿੰਦੇ ਨੇ, ਉਸ ਨੂੰ ਅਸਲ ਵਿੱਚ ਜੀਵਨ ਮੁਕਤ ਆਖਿਆ ਜਾ ਸਕਦਾ ਹੈ ਜਿਹੜਾ ਜਿਉਂਦੇ ਜੀ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਮਾਰ ਲੈਂਦਾ ਹੈ। ਨਾਨਕ ਸਤਿਗੁਰ ਮੇਲ ਹਰ, ਜਗ ਦੁਤਰ ਤਰੀਆ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨਾਨਕ ਦਾਸ ਨੂੰ ਸਤਿਗੁਰੂ ਮਿਲ ਜਾਵੇ। ਸਤਿਗੁਰੂ ਕਿਰਪਾ ਕਰ, ਮੇਲ ਹਰ, ਮੈਨੂੰ ਹਰੀ ਦੇ ਨਾਲ ਮਿਲਾ ਦੇ। ਜਗ ਦੁਤਰ ਤਰੀਆ। ਇਹ ਜਿਹੜਾ ਜੱਗ ਬੜਾ ਔਖਾ ਹੈ। ਦੁੱਤਰ ਦਾ ਭਾਵ ਬੜਾ ਔਖਾ ਪੈਂਡਾ ਹੀ ਤੂੰ ਪਾਰ ਹੋਣਾ। ਸਤਿਗੁਰੂ ਮਿਲ ਜਾਵੇ ਤੇ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਹਮ ਮੂਰਖ ਮੁਗਧ ਸਰਨਾਗਤੀ, ਮਿਲ ਗੋਬਿੰਦ ਰੰਗਾ ਰਾਮ ਰਾਜੇ। ਹਮ ਮੂਰਖ ਮੁਗਧ ਸ਼ਰਨਾਗਤੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਆਪ ਜੀ ਰੋਜ਼ ਸਰਵਣ ਕਰਦੇ ਹੋ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਅਸੀਂ ਔਗਣਾਂ ਦੇ ਭਰੇ ਹੋਏ ਹਾਂ। ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਨਾ, ਤੁਮ ਦਾਤੇ ਠਾकुर ਪ੍ਰਤਪਾਲਕ, नायक खसम हमारे। निमख निमख तुम ही प्रतिपालो, हम बारक तुमरे तारे। जेहवा एक
कवन गुण कहिया, बेसुमार बेअंत स्वामी, तेरो अंत न किन्हीं लहिया रहाओ। कोट अपराध हमारे खंडो, अनक विधि समझावो, हम अज्ञान अल्प मत थोरी, तुम्हें आपन बिरद रखा। करोड़ां अपराध जीव करता है, तू अपना मुੱਢ कदीमा का धर्म जान के सानू रखना कर। गुरु पातशाह बख्शिश कर दी, असी मूर्ख हाँ मुगध हाँ, पर तेरी शरण विच आए हाँ, मिल गोविंद रंगा राम राजे। हे गो इंद्र विंद इंद्रियां नू प्रकाशमान करन वाला, गो सृष्टि विंद सृष्टि की परवरिश करन वाला, पर सृष्टि की प्रतिपालना करन वाला वाहिगुरु मिल जावे, मेरा मन ते तन जिहड़ा वो भिज जावेगा। गुरपुर हर पाया, हर भगत एक मंगा। गुरपूरा हर पाया, हर भगत एक मंगा। गुरु पातशाह बख्शिश करदे ने, पूरे गुरु दे राही, इत्थे गुर दे रारे नूं सिहारी है। गुर शब्द भी आपां बाणी विच तीन तरह पढ़दे हां, गग्गे नूं औंकड़ रारा गुर, ये मुक्ता है, रारा मुक्ता है, बहुवचन है। गुरु साडा एक है। आपां बाणी विच पढ़दे हां, कुंभे बद्धा जल रहा, जल बिन कुंभ न होए, ज्ञान का बद्धा मन रहा, गुर बिन ज्ञान न होए। पातशाह कहंदे जिवें कुंभ घड़े नूं किहा गया है, घड़े दे विच बद्धा होया पानी रहिंदा है, ते एक ख्याल करिया जे पानी तो बिना घड़ा नहीं बनता, जल तो बिना घड़ा नहीं बनता, सुक्की मिट्टी का तो घड़ा बन ही नहीं सकता। कुंभे बद्धा जल रहा, जल बिन कुंभ न होए, ज्ञान का बद्धा मन रहा, गुर बिन ज्ञान ना होए। गुरु पातशाह बख्शिश करते हैं, इस तरह गुरु कोलों गुण लए तो बिना, इत्थे रारा मुक्ता है। जो आसा जी की वार का पाठ करोगे ना, बड़े ध्यान नाल करियो, गग्गे नूं औंकड़ रारा। गुरु पातशाह कहते हैं, जदों तक गुरु कोलों गुण नहीं हो लैंदे, जिहड़ा मन टिकना नहीं, ये बजना नहीं। ज्ञान कंटेनर है, ज्ञान का बद्धा मन रहा है, गुर बिन ज्ञान ना होए। जिवें घड़े दे विच जल है, जल तो बिना घड़ा नहीं बन सकता, इस तरह ज्ञान जिहड़ा गुरु तो बिना नहीं मिल सकता। जदों तक ज्ञान रूपी कंटेनर डब्बा नहीं मिलता, ये मन नहीं टेक सकता। गुर बिन ज्ञान ना होए। फिर आप बाणी विच पढ़दे हां, गग्गे नूं औंकड़ रारा, रारे नूं औंकड़। इत्थे एक वचन है, एक नूं संबोधन कीता है। एको है भाई, एको है साहिब मेरा, एको है। इत्थे एक दी गल होई है। साडे गुरु बहुते नहीं, गुरु एक है। एक दे असीं पुजारी हाँ, शब्द दे असीं पुजारी हाँ, गुरु दे असीं पुजारी हाँ। ते गुरु पातशाह बख्शिश करदे ने, फिर हुण शब्द आया, गुरपुर है हर पाया। इत्थे गुर दे रारे नूं सिहारी है, गुरु दे राही देखो रब नूं किवें पाउणा है। गुरपुर है हर पाया। गुरु पातशाह बख्शिश करदे, पूरे गुरु ने किरपा कीती, रहमत कर दित्ती, मैनूं हरि दे नाल मिला दिता। आरंभता विच गुरु तेग बहादुर महाराज जी दा श्लोक सांझ होई सी ना, राम नाम उर मैं गहियो, जांका सम नहीं कोए, जे सिमरत संकट मिटै, दर्स तुहारो होए। उस सिमरन की बरकत के नाल गुरु ने कृपा कर दी, रहमत कर दी, गुरु दे नाल मिला दिता। हर भगत एक मंगा। हुण मेरी मंग की है? भगत एक मंगा। इत्थे भगत दे तत्ते नूं सिहारी, जो बाणी पढ़ोगे बड़े ध्यान नाल पढ़ियो। तीन तरह गुरबाणी विच भगत 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 शब्द आउंदा जे। पहला भगत पब्बा गग्गा तत्ता, ये तत्ता मुक्ता है, बहुवचन है। कोई पुछदा है जी किन्ने भगतां दी बाणी गुरु ग्रंथ साहिब विच, आपां कहने आ जी 15 भगतां दी बाणी जे, ये बहुवचन है। फिर भगत आउंदा पब्बा गग्गा तत्ता, तत्ते नूं औंकड़, वो एक वचन है। उत्थे एक दी गल होई है, किहड़े भगत साहिबान जी दा शब्द है, उत्थे एक दी गल होई है। इत्थे हुण भगत दे तत्ते नूं सिहारी, इत्थे भगती दी गल हो रही है। कहते पूरे गुरु ने मैनू सतगुरु दे नाल मिला दिता, हरि दे नाल मिला दिता। हुण मेरी मंग पता की है? मैं एक भगती दी दात गुर चरनां विचों मंगदा हां। मेरा मन तन शब्द विगासिया, जप अनंत तरंगा। जदों भगती दी दात मंगी ना, ते गुरु पातशाह बख्शिश करदे ने, मन तन शब्द विगासिया।
ਮਨ ਤੇ ਤਨ ਸ਼ਬਦ ਦੇ ਰਾਹੀਂ। ਇੱਥੇ ਫਿਰ ਧਿਆਨ ਦੇਣਾ, ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ। ਸ਼ਬਦ ਵੀ ਆਪਾਂ ਬਾਣੀ ਵਿੱਚ ਬਹੁਤ ਵਾਰ ਸੱਸਾ ਬੱਬਾ ਦੱਦਾ ਸ਼ਬਦ ਬਹੁਵਚਨ, ਕਿੰਨੇ ਸ਼ਬਦ ਨੇ। ਫਿਰ ਸ਼ਬਦ ਦੱਦੇ ਨੂੰ ਔਂਕੜ ਹੈ, ਇੱਕ ਵਚਨ ਇੱਕ ਸ਼ਬਦ ਦੀ ਗੱਲ ਹੋਈ ਹੈ। ਤੇ ਇੱਥੇ ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ। ਗੁਰੂ ਪਾਤਸ਼ਾਹ ਨੇ ਇੱਥੇ ਸ਼ਬਦ ਦੇ ਰਾਹੀਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅਨੰਤ ਤਰੰਗਾ। ਜਦੋਂ ਸ਼ਬਦ ਦੇ ਰਾਹੀਂ ਮੇਰਾ ਮਨ ਤਨ ਅੰਦਰੋਂ ਖਿੜ ਗਿਆ, ਅੰਦਰ ਖੇੜਾ ਆ ਗਿਆ। ਕਈ ਵਾਰ ਅਸੀਂ ਬਾਹਰਲਾ ਹਾਸਾ ਹੱਸਦੇ ਹਾਂ, ਇੱਕ ਅੰਦਰ ਦਾ ਹਾਸਾ ਹੁੰਦਾ ਨਾ, ਤਾਂ ਆਪਾਂ ਵੇਖ ਕੇ ਕਹਿੰਦੇ ਵੀ ਅੱਜ ਬੜਾ ਖੁਸ਼ ਹੈ, ਕੁਝ ਮਿਲਿਆ ਲੱਗਦਾ। ਤੇ ਕਈ ਵਾਰ ਓਪਰਾ ਹਾਸਾ ਹੱਸਦੇ ਹਾਂ ਮਜਬੂਰੀ ਵਿੱਚ, ਕੋਈ ਹੱਸੇ ਨਾ ਉਹਦੇ ਨਾਲ, ਉਹ ਨਹੀਂ, ਅੰਦਰ ਦੇ ਖੇੜੇ ਦੀ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸ਼ਬਦ ਦੀ ਬਖਸ਼ਿਸ਼ ਦੇ ਦੁਆਰਾ ਮੇਰਾ ਮਨ ਤੇ ਤਨ ਜਿਹੜਾ ਖਿੜ ਗਿਆ। ਜਪ ਅਨੰਤ ਤਰੰਗਾ, ਅਨੰਤ ਤਰੰਗਾਂ ਜਿਹੜੀਆਂ ਅੰਦਰ ਚੱਲ ਪਈਆਂ। ਮਿਲ ਸੰਤ ਜਨਾ ਹਰ ਪਾਇਆ, ਨਾਨਕ ਸਤ ਸੰਗਾ। ਇਹ ਦਾਤ ਮਿਲੀ ਕਿੱਥੋਂ? ਮਿਲ ਸੰਤ ਜਨਾ, ਸੰਤ ਮਹਾਂਪੁਰਸ਼ਾਂ ਦੀ ਸੰਗਤ ਮਿਲੇ। ਜਿਵੇਂ ਆਪ ਜੀ ਸੰਤ ਮਹਾਂਪੁਰਸ਼ਾਂ ਦੀ ਸੰਗਤ ਕਰ ਰਹੇ ਹੋ, ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਇਹ ਬੜੇ ਵੱਡੇ ਭਾਗਾਂ ਦੇ ਨਾਲ ਦਾਤ ਮਿਲਦੀ ਹੈ। ਬਹੁਤ ਸਾਲ ਪਹਿਲਾਂ ਮਾਂ ਨੇ ਅਰਦਾਸ ਕੀਤੀ, ਬਜ਼ੁਰਗ ਬੜੇ ਔਖੇ ਆਏ, ਹੁਣ ਤੇ ਬੜਾ ਸੌਖਾ ਹੋਣਾ ਹੈ ਨਾ। ਤੇ ਜਦੋਂ ਸਾਡਾ ਆਨੰਦ ਕਾਰਜ ਹੋਇਆ, ਉਦੋਂ ਬਾਅਦ ਕਹਿਣਾ ਸ਼ੁਰੂ ਕਰ ਦਿੱਤਾ, ਮੈਂ ਚਾਹੁੰਦੀ ਹਾਂ ਮੇਰੇ ਨੂੰਹ ਤੇ ਪੁੱਤਰ ਕਿਤੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਆਉਣ। ਮਾਂ ਬਹੁਤ ਕੁਝ ਮੰਗਦੀ ਆ, ਪਰ ਇਹ ਦਾਤ ਵਿਰਲਿਆਂ ਦੇ ਭਾਗਾਂ ਵਿੱਚ ਮਾਂ ਇਹ ਮੰਗੇ ਕਿ ਮੇਰਾ ਪੁੱਤਰ ਕਿਤੇ ਗੁਰੂ ਦੇ ਚਰਨਾਂ ਵਿੱਚ ਜਾਵੇ। ਤੇ ਜਦੋਂ ਹਜ਼ੂਰ ਸਾਹਿਬ ਦੀ ਹੁਣ ਵੀ ਜਦੋਂ ਮੇਰੀ ਗੱਲ ਹੁੰਦੀ ਹੈ ਨਾ, ਸੱਚਖੰਡ ਤੋਂ ਕਥਾ ਹੋ ਰਹੀ ਸੀ, ਤੇ ਉਹ ਕਹਿਣ ਲੱਗੀ ਮੇਰੀ ਅੱਜ ਅਰਦਾਸ ਗੁਰੂ ਨੇ ਪੂਰੀ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੇਰੇ ਪੁੱਤਰ ਨੂੰ ਗੋਦ ਵਿੱਚ ਬਿਠਾ ਲਿਆ। ਮਾਂ ਨੂੰ ਕਿੰਨਾ ਚਾਅ, ਜਾਣਦੇ ਨਾ, ਮਾਂ ਕਦੇ ਨਹੀਂ ਚਾਹੁੰਦੀ ਮੇਰਾ ਪੁੱਤਰ ਵਿਕਾਰੀ ਹੋਵੇ, ਮੇਰਾ ਪੁੱਤਰ ਨਸ਼ੇੜੀ ਹੋਵੇ, ਮੇਰਾ ਪੁੱਤਰ ਨਲਾਇਕ ਹੋਵੇ। ਮਾਂ ਤੇ ਇਹੀ ਚਾਹੁੰਦੀ ਨਾ, ਮੇਰਾ ਪੁੱਤਰ ਗੁਰਸਿੱਖ ਬਣੇ, ਨਾਮ ਸਿਮਰਨ ਵਾਲਾ ਹੋਵੇ, ਚੰਗੇ ਕਰਮ ਕਰੇ। ਤੇ ਇਹ ਅਰਦਾਸ ਮਾਂ ਦੀ ਪੂਰੀ ਹੋਈ, ਜੋ ਆਪਸ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮਿਲ ਸੰਤ ਜਨਾ ਹਰ ਪਾਇਆ। ਸੰਤ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਮਿਲ ਕੇ ਹਰੀ ਨੂੰ ਪਾਉਣਾ ਕੀਤਾ, ਨਾਨਕ ਸਤ ਸੰਗਾ। ਹੇ ਨਾਨਕ, ਆਖ ਜਦੋਂ ਮੈਂ ਸਾਧ ਸੰਗਤ ਕੀਤੀ, ਸਤ ਸੰਗਤ ਕੀਤੀ, ਪ੍ਰਭੂ ਪਰਮਾਤਮਾ ਨੂੰ ਪਾਉਣਾ ਕੀਤਾ। ਦੀਨ ਦਇਆਲ ਸੁਣ ਬੇਨਤੀ, ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਹੇ ਦੀਨਾਂ ਤੇ ਕੰਗਾਲਾਂ ਤੇ ਕਿਰਪਾ ਕਰਨ ਵਾਲਿਆ, ਮੇਰੀ ਵੀ ਬੇਨਤੀ ਸੁਣ। ਆਪਾਂ ਸਾਰੇ ਬੇਨਤੀ ਕਰੀਏ, ਸਾਰੇ ਅਰਦਾਸ ਕਰੀਏ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਜਿਉਂਦੇ ਜੀ ਮੇਰਾ ਗੁਰੂ ਦੇ ਨਾਲ ਮਿਲਾਪ ਹੋ ਜਾਏ, ਮੈਂ ਜਿਉਂਦੇ ਜੀ ਗੁਰੂ ਪਾਤਸ਼ਾਹ ਤੈਨੂੰ ਮਿਲ ਪਾਵਾਂ। ਇਹ ਨਾ ਹੋਵੇ ਬਾਅਦ ਵਿੱਚ ਮਰਨ ਤੋਂ ਬਾਅਦ ਮੇਰੇ ਖੰਡ ਪਾਠ ਹੁੰਦੇ ਹੋਣ ਤੇ ਲੋਕ ਕਹਿਣ ਵੀ ਇਹ ਮਿਲ ਜਾਵੇ, ਮੈਨੂੰ ਜਿਉਂਦੇ ਜੀ ਮਿਲਾ ਲੈ। ਕਿਵੇਂ ਮਿਲਾਂਗੇ? ਦੀਨ ਦਿਆਲ ਸੁਣ ਬੇਨਤੀ ਹੈ। ਦੀਨਾਂ ਤੇ ਕੰਗਾਲਾਂ ਤੇ ਦਇਆ ਕਰਨ ਵਾਲਿਆ, ਮੇਰੇ ਤੇ ਵੀ ਕਿਰਪਾ ਕਰ। ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਹਰੀ ਪ੍ਰਭੂ ਵਾਹਿਗੁਰੂ, ਹੇ ਰਮੇ ਹੋਏ ਰਾਜੇ ਰਾਮ, ਮੇਰੇ ਤੇ ਕਿਰਪਾ ਕਰ। ਮਾਗੋ ਸਰਨ ਹਰ ਨਾਮ ਕੀ, ਹਰ ਹਰ ਮੁਖ ਪਾਇਆ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮੈਂ ਤੇਰੇ ਦਰ ਤੋਂ ਇੱਕ ਦਾਤ ਮੰਗਦਾ ਹਾਂ। ਹਰ ਮੰਗੂ ਸ਼ਰਨ ਹਰ ਨਾਮ ਕੀ, ਕਿਰਪਾ ਕਰ ਮੈਨੂੰ ਨਾਮ ਦੀ ਸ਼ਰਨ ਵਿੱਚ ਲੈ ਲੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਤ। ਜਦੋਂ ਨਾਮ ਦੀ ਸ਼ਰਨ ਮੰਗ ਲਈ ਨਾ, ਨਾਮ ਹਰੇਕ ਥਾਂ ਜਿੱਥੇ ਹੋ ਜਾਈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਉਹ ਹਰ ਥਾਂ ਤੇ ਹੈ, ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਨਹੀਂ ਹੋ। ਉਹ ਹਰ ਥਾਂ ਅੰਗ ਸੰਗ ਸਹਾਈ ਹੋ ਜਾਂਦਾ ਹੈ। ਉਹ ਨਾਮ ਦੀ ਦਾਤ ਮੰਗ ਲਈਏ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ। ਤਾਂ ਪੜ੍ਹਦੇ ਨਾ ਸੁਖਮਨੀ ਸਾਹਿਬ ਵਿੱਚ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਜੇ ਵਿਆਕਰਨ ਦੇ ਅਨੁਸਾਰ ਪੜ੍ਹੀਏ ਫਿਰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ।
मैं सिमरन करदा हाँ, रोज़ करदा हाँ। सिमरन की बरकत दे नाल कल कलेश मिट जाते हैं, सुख पाउंदा हाँ। करो बेनंती सुनो मेरे मीता, संत टहल की बेला, इहाँ खाट चलो हर लाहा, आगे बसन सुहेला। औद घटै दिन सरैनारे, मन गुर मिल काज सवारे। ते मन नूं संबोधन किया, सुन मन मित्र प्यारिया, मिल वेला ये हुण वेला सानू मिलिया है। मन नूं आवाज़ मारीए, मना आह गुरचरना विच जुड़िए। तो गुरु पातशाह जी ने इत्थे भी बख्शिश करके कहना कीता है कि हाँ मांगो शरण हर नाम की, मैं नाम की शरण मंगदा हाँ। हर हर मुख पाया, ये हरि जो हरे सब नूं हरिया करन दी समर्था रखदा, उहदे नाम नूं मुख विच पाउणा कीता। भगत वशल हर बिरद है, हर लाज रखाया। भगत वत्सल हर बिरद है। हरि दा ये मुੱਢ कदीमां दा धर्म है, वो भगती करन वालियां नाल प्यार करदा है। वत्सल दा भाव प्यार। गुरु दा ये सुभाव है, प्रभु परमात्मा वाहिगुरु दा ये सुभाव है कि वो भगती करन वालियां दे नाल प्रेम करदा है और हर नाम लाज रखाया। ते नाम जपण वालियां दी वो लाज भी आप रखदा है। जे को डूबे फिर होवे सार, जन नानक शरणागति, हर नाम तराया। गुरु पातशाह बख्शिश कर देने, मैं दास नानक तेरी शरण विच हाँ, ते तेरे नाम दे बरकत दे नाल इस संसार समुंदर तो पार हो गया। धन गुरु रामदास महाराज जी इस शब्द विच मूल भाव बख्शिश करते हैं, जन नानक हर शरणागति, हर नाम तराया। इत्थे फिर ध्यान देना, जन दे नन्ने नूं औंकड़ है ते नानक दे कक्के नूं औंकड़ है। अपने आप नूं उत्तम पुरुष नूं संबोधन, फर्स्ट परसन नूं संबोधन करते हैं। चौथे नानक धन गुरु रामदास महाराज जी अपने आप को संबोधन करदे होया, हे धन गुरु नानक पातशाह जीओ, धन गुरु अंगद देव महाराज जीओ, धन गुरु अमरदास महाराज जीओ, मैं दास चौथा नानक आप जी की शरण विच हाँ। आप जी ने कृपा की, नाम दे फिर नाम दे मम्मी नूं सिहारी है। आप जी ने नाम की दात बख्शिश करके इस संसार समुंदर तो तारना किया है। सो गुरु पातशाह जी ने ये 4 पौड़ियाँ शब्द दियां ने। आसा जी की वार दे विच एक पौड़ी दे नाल एक पौड़ी गुरु रामदास महाराज जी की पढ़ी जाती है। तो गुरु पातशाह जी ने बख्शिश करके इस सारे शब्द का मूल भाव जो देना कीता है कि नाम की बरकत दे नाल नाम रंग तां को लागा जाके वड भागा। जिन्हां दे वड्डे भाग ने उन्होंने नाम का रंग लगता है। तो गुरु पातशाह बख्शिश करते हैं, गुरु ने कृपा की, नाम की दात बख्शिश करके नाम का रंग चढ़ा दिता। तो जिन्हां दे नाम का रंग चढ़ जाता है वो गुरु नूं प्रवान हो जाते हैं नाम की बरकत दे नाल, क्योंकि सर्ब रोग का औखद नाम, नाम ही जिस रसना ते आ जाता। गुरु पातशाह बख्शिश कर दे, संत बन जाता, वो साध बन जाता। बाणी विच पढ़दे सुखमनी साहब विच बड़े सुंदर बचन ने, प्रभ जी बसै साध की रसना। फिर जिन्हें एडी वड्डी दात दी गुरु पंचम पातशाह जी सुखमनी साहब विच ही बख्शिश करते हैं, रमैया के गुण चेत परानी, कमन मूल ते कमन दृष्टानी। हे परानी सोहने राम दे रमे हुए राम दे गुणां नूं चेते कर, कमन मूल ते कमन दृष्टानी। कहंदे अपने मूल नूं झात मार, एक पानी की बूंद तो कितना सुंदर शरीर बना के विखा दिता। कमन मूल ते कमन दृष्टानी, जिन तू साज सवार शिंगारिया, गर्भ अगन में जिन्हें उबारिया, पानी की बूंद तो ने साजिया सवारिया, सोहना शरीर बना दिता। माँ के गर्भ विच जे कुछ करन जोगा नहीं सी, उस जठरा अगन विच उन्हें
हथ दे के रखना कीता। मात गर्भ में आपन सिमरन दे तै तुम राखन हारे। पावक सागर अथाह लहर में तारो तारन हारे। जिवें माँ के गर्भ दे विच मात गर्भ में आपन सिमरन दे। ते गुरु पातशाह बख्शिश करते ने जदों तू जवान होया जोबन अवस्था दे विच भोजन सुख सूद बिरद प्या ऊपर साख सैन मुख अप्याओ बैठ को दैन। पातशाह कहते ने जदों तू जवान सी बड़िया सुख सहूलतां दित्तियां, जदों तू बिरध हो गया फिर तेरे उत्ते साक संबंधी कई बार बिरधां नूं संभालदे नहीं ना, फिर कई बार ये हुंदा भी लोग की कहणगे रिश्तेदार की कहणगे, इस करके बजुर्ग की संभाल हो जाती है। बिरध प्याओ उपर साख सैन मुख अप्याओ बैठ को दैन। कहते बैठे हुए नूं वो दातां देंदा है। उस वाहिगुरू दा सिमरन करिए, उहदी दात प्राप्त करिए जी। गुरु पातशाह बख्शिश करन। बाणी पढ़द्या विचारद्या बेअंत बेअंत भुलां हो जांदियां हन। गुरु ते गुरु की संगत बख्शण योग है। कोटान कोट धन्नवाद संत महापुरुष संत बाबा नरिंदर सिंह जी, संत बाबा बलविंदर सिंह जी, होर भी जिहड़े मुख सेवादार भाई साहब भाई मनजीत सिंह जी, भाई साहब भाई जस्सा सिंह जी, जिन्हों ने ये समा बख्शिश किया है। गुरु के चरणों में हाजरियां भरन का कोटान कोटान शुकराना धन धन श्री गुरु ग्रंथ साहब महाराज जी ने, जिन्होंने गोद में बैठन का सुभाग बख्शिश किया है। सो होइयां भुलां की मुआफ़ी आओ अंतलियां पंक्तियों का जाप करके संपूर्णता है। भगत वशल हर बिरद है हर लाज रखाया जन नानक शरणागति हर नाम तराया। वाहिगुरु जी का खालसा वाहिगुरु जी की फतेह।